89 ਦੇ ਵਿੱਚ ਮਾਨ ਸਾਹਿਬ ਬਹੁਤ ਵੱਡਾ ਇੱਕ ਰੈਵੋਲੂਸ਼ਨ ਲੈ ਕੇ ਪੰਜਾਬ 'ਚ ਉਤਰੇ ਸੀ। ਉਹਨਾਂ ਨੇ ਆਪਣੇ ਆਪ ਨੂੰ ਆਪੇ ਖਤਮ ਕਰ ਲਿਆ। ਬਾਦਲ ਬੜਾ ਸ਼ਾਤਰ ਸੀ। ਬਾਦਲ ਨੂੰ ਪਤਾ ਸੀ ਵੀ ਇਹ 3-4 ਸਾਲ ਜੇ ਐਂ ਹੀ ਚੱਲਦਾ ਤੇ ਵਾਰਨ ਆਊਟ ਹੋ ਜਾਏਗਾ, ਅਸੀਂ ਇਹਨੂੰ ਢਾਹ ਲਾਂਗੇ। ਉਹਨੇ ਸੈਂਟਰ ਨਾਲ ਇੱਕ ਐਸੀ ਸਿਆਸਤ ਰਚੀ ਤੋ ਮਾਨ ਦੀ ਪੋਲੀਟੀਕਲ ਇਮੈਚੁਰਿਟੀ ਦੀ ਬਦੌਲਤ ਮਾਨ ਜਿਹੜਾ ਸੀ ਉਸ ਜ਼ਮਾਨੇ ਤੋਂ ਖਤਮ ਹੋ ਗਿਆ ਔਰ ਉਹ ਅੱਜ ਤੱਕ ਹਾਰਦਾ ਹੀ ਆ ਰਿਹਾ ਲਿਆ। ਜੇ ਹੁਣ ਇਹ ਖਰਾ ਉਤਰਦਾ ਲੋਕਾਂ ਦੀਆਂ ਛਾਵਾਂ ਤੇ ਇਹ ਪੰਥ ਦਾ ਲੀਡਰ ਐਮਰਜ ਹੋਏਗਾ, ਕਿਉਂਕਿ ਬਾਦਲ ਖਤਮ ਹੋ ਚੁੱਕੇ ਹੈ। ਕਿਸੇ ਨਾ ਕਿਸੇ ਨੇ ਤਾਂ ਦੇਖੋ ਜੀ ਪੰਥ ਨੂੰ ਟੇਕ ਓਵਰ ਕਰਨਾ ਹੀ ਕਰਨਾ। ਬਾਦਲ 5ਵੇਂ ਨੰਬਰ ਤੋਂ ਉੱਪਰ ਨਹੀਂ ਆ ਸਕਦੇ, ਕਿਉਂਕਿ ਜਿਸ ਤਰੀਕੇ ਨਾਲ ਬਾਦਲਾਂ ਨੇ ਗੇਮ ਖੇਡੀ ਔਰ ਸਿਮਰਨਜੀਤ ਮਾਨ ਉਹਨਾਂ ਦੇ ਟਰੈਪ 'ਚ ਨਹੀਂ ਆਇਆ। ਅਸੀਂ ਤਾਂ ਬਾਦਲਾਂ ਨੂੰ ਖਤਮ ਕਰਨਾ, ਸ਼੍ਰੋਮਣੀ ਕਮੇਟੀ ਦੇ ਇਹਨਾਂ ਦੇ ਮਹੰਤਾਂ ਨੂੰ ਉੱਥੋਂ ਬਾਹਰ ਕੱਢਣਾ। ਆਪਾਂ ਨੂੰ ਨਜ਼ਰ ਆ ਰਿਹਾ ਵੀ ਜੇ ਖਾਲਿਸਤਾਨ ਬਣੇਗਾ ਸਾਡੀ ਕੀ ਹਾਲਤ ਹੋਏਗੀ। ਕਦੀ ਮੌਕਾ ਆਊਗਾ ਨਾ, ਨੌਜਵਾਨਾਂ ਨੂੰ ਹੁਣ ਕੌਣ ਸਮਝਾਏ। ਮੈਨੂੰ ਵੀ ਗਾਲਾਂ ਕੱਢਣਗੇ ਹੁਣ ਤੁਹਾਡੀ ਵੀਡੀਓ ਸੁਣ ਕੇ। ਜਦੋਂ ਕਿਤੇ ਮੌਕਾ ਆਏਗਾ ਨਾ ਖਾਲਿਸਤਾਨ ਬਣਨ ਦਾ ਤਾਂ ਬਣਾ ਲਾਂਗੇ। ਮੈਨੂੰ ਇਹ ਦੱਸੋ, 4 ਟਿਫਨ ਬੰਬ ਆ ਕੇ ਤੁਸੀਂ ਖਾਲਿਸਤਾਨ ਬਣਾ ਲਓਗੇ? 2 ਸੌਲਟਾਂ ਲਿਆ ਕੇ ਉਹ ਡਰੋਨ ਨਾਲ ਖਾਲਿਸਤਾਨ ਬਣਾ ਲਓਗੇ? ਅਗਲੇ ਦਿਨ ਆਪ ਵੀ ਫੜੇ ਜਾਂਦੇ, ਰਿਸ਼ਤੇਦਾਰ ਵੀ ਫੜੇ ਜਾਂਦੇ ਨੇ। ਅੱਜ ਦੀ ਡੇਟ 'ਚ ਵੀ ਅਗਰ ਸਿਮਰਨਜੀਤ ਸਿੰਘ ਮਾਨ ਲੋਕਾਂ ਦੀ ਸੋਚ ਨਾਲ ਚੱਲੇ ਤਾਂ ਇਲੈਕਸ਼ਨ ਜਿੱਤੂ। ਲੱਖਾ ਸੁਧਾਣਾ ਦੀ ਆਪਦੀ ਇਲੈਕਸ਼ਨ ਬੁਰੀ ਤਰ੍ਹਾਂ ਹਾਰਿਆ ਤੇ ਉੱਥੇ ਵੀ ਲਮਜੋਤ ਕੌਰ ਲੰਬੀ ਜਿਹੜੀ ਸੀ ਉਹ ਆ ਕੇ ਕੰਪੇਨ ਕਰ ਰਹੀ ਸੀ। ਉਹ ਕੁੜੀ ਮਿਸਗਾਈਡਡ ਹੈ। ਹੁਣ ਉਹ ਮਾਨ ਨਾਲ ਲੱਖਾ ਸੁਧਾਣਾ ਵੀ ਆ ਗਿਆ, ਲਮਜੋਤ ਕੌਰ ਲੰਬੀ ਵੀ ਆ ਗਈ। ਜੇ ਭਗਤ ਸਿੰਘ ਅੱਤਵਾਦੀ ਫਿਰ ਅਸੀਂ ਸਾਰੇ ਅੱਤਵਾਦੀ ਹਾਂ। ਫਿਰ ਤਾਂ ਮਾਨ ਖੁਦ ਅੱਤਵਾਦੀ ਹੈ। ਮਾਨ ਵੀ ਤਾਂ ਸਟੇਟ ਦੇ ਖਿਲਾਫ ਬੋਲਦਾ ਹੈ। ਫਿਰ ਮਾਨ ਵੀ ਤਾਂ ਸਾਰਿਆਂ ਦਾ ਰਹਿਬਰ ਸੀ ਨਾ 89 90 91 'ਚ। ਮਾਨ ਨੂੰ ਇੰਨੀ ਮੈਚੋਰਿਟੀ ਹੁੰਦੀ ਤੇ 89 ਤੋਂ ਬਾਅਦ ਅੱਜ ਤੱਕ ਅਸੀਂ ਧੱਕੇ ਕਿਉਂ ਖਾਂਦੇ? ਮਾਨ ਨੇ ਨਹੀਂ ਧੱਕੇ ਖਾਦੇ, ਸਿੱਖ ਕੌਮ ਨੇ ਧੱਕੇ ਖਾਦੇ। ਅਸੀਂ ਵੀ ਤਾਂ ਬਤੇਰੇ ਮਾਰੇ ਆ। ਜਨਰਲ ਵੇਦਿਆ ਨੂੰ ਮਾਰਿਆ, ਫਿਰ ਉਹਨਾਂ ਨੂੰ ਤੂੰ ਸੁੱਖੇ ਜਿੰਦੇ ਨੂੰ ਕਿਉਂ ਦੇ ਰਿਹਾ ਸਰੋਪੇ? ਤੁਸੀਂ ਸਮਝਦੇ ਕਿ ਬਾਦਲ ਬੰਦੀ ਸਿੰਘਾਂ ਨੂੰ ਛਡਾਉਣਾ ਚਾਹੁੰਦੇ? ਬੰਦੀ ਸਿੰਘਾਂ ਦੇ ਸਭ ਤੋਂ ਵੱਡੇ ਦੁਸ਼ਮਣ ਬੰਦੀ ਸਿੰਘਾਂ ਦੇ ਨਾਂ 'ਤੇ ਇਲੈਕਸ਼ਨ ਲੜ ਰਹੇ ਮਾਰੇ। ਅਕਾਲੀ ਦਲ ਤਾਂ ਉਹ ਜਿੰਨਾ ਬਲੂ ਸਟਾਰ ਕਰਾਇਆ, ਅਕਾਲੀ ਦਲ ਤਾਂ ਉਹ ਜਿਨ੍ਹਾਂ ਨੇ ਮੁੰਡੇ ਮਰਵਾਏ, ਅਕਾਲੀ ਦਲ ਤਾਂ ਉਹ ਜਿੰਦਾ ਕਰਕੇ ਤੁਸੀਂ ਜੇਲ੍ਹਾਂ 'ਚ ਬੈਠੇ ਜੇ। ਜਿੱਥੋਂ ਤੱਕ ਦੀਪ ਸਿੱਧੂ ਦਾ ਸਵਾਲ ਹੈ, ਮੈਂ ਉਹਦੇ ਭਰਾ ਨੂੰ ਸੁਣਿਆ ਉੱਥੇ ਬਹਿ ਕੇ, ਜਿੱਥੇ ਐਕਸੀਡੈਂਟ ਹੋਇਆ ਸੀ ਉੱਥੇ ਬਹਿ ਕੇ ਕਿ ਇਹ ਐਕਸੀਡੈਂਟ ਹੈ, ਇਹ ਕਿਸੇ ਦੀ ਕੋਈ ਸ਼ਰਾਰਤ ਨਹੀਂ ਹੈਗੀ। ਵੱਜੀ ਸਿਰ 'ਚ ਸੱਟ, ਹੋਰ ਕਿਤੇ 'ਚ ਰੀੜ ਨਹੀਂ ਆਈ। ਅੱਗੇ ਪਿੱਛੇ 24 ਘੰਟੇ ਪੱਗ ਬੰਨੀ ਹੁੰਦੀ ਸੀ। ਜੇ ਦੀਪ ਸਿੰਘ ਤੂੰ ਉੱਧਰ ਪੱਗ ਬੰਦੀ ਹੁੰਦੀ ਨਾ ਤੇ ਤੂੰ ਬਚ ਜਾਣਾ ਸੀ। ਹੁਣ ਮਾਨ ਸਾਹਿਬ ਤਾਂ ਕਹਿੰਦੇ ਜੀ ਸੰਤ ਭਿੰਡਰਾਂਵਾਲੇ ਨੂੰ 73 ਗੋਲੀਆਂ ਵੱਜੀਆਂ। ਇਹਨਾਂ ਕੋਈ ਪੋਸਟਮਾਰਟਮ ਦੇਖਿਆ ਤੁਸੀਂ? ਕਸ਼ਹਿਰਾ ਪਾਇਆ, ਨੰਗੇ ਸਿਰ ਨੰਗੇ ਬਾਲ ਖਿਲਰੇ ਹੋਏ ਨੇ, ਰੱਤਾਂ ਦੇ ਏਡੇ ਮੋਟੇ ਰੱਸੇ ਬੰਨੇ ਹੋਏ ਨੇ, 20-20 ਮੀਟਰ ਰੱਸੇ ਖਿੱਚ ਕੇ ਲਿਆ ਕੇ ਦਰਸ਼ਨ ਡਿਊਟੀ ਅੱਗੇ ਸੱਟਿਆ ਹੋਇਆ। ਪੋਸਟਮਾਰਟਮ ਦੀ ਕਾਪੀ ਮੈਂ ਲਿਆ ਕੇ ਤੇ ਦਿੱਤੀ ਭਰਾਵਾਂ ਭਤੀਜਿਆਂ ਨੂੰ, ਸੰਤਾਨਿਆਂ ਨੂੰ। ਮੰਨਦੇ ਹੀ ਨਹੀਂ, ਕਹਿੰਦੇ ਨਹੀਂ ਇਹੋ ਜਿਹਾ ਤਾਂ ਇੱਕ ਹੋਰ ਬੰਦਾ ਸੀ, ਇਹੋ ਜਿਹਾ ਤਾਂ ਇੱਕ ਹੋਰ ਬੰਦਾ ਸੀ। ਜੇਕਰ ਪੰਥਕ ਲੀਡਰ ਹੀ ਇਤਿਹਾਸ ਨੂੰ ਮਿਥਿਹਾਸ ਬਣਾ ਰਿਹਾ, ਇਹਦੇ ਪਿੱਛੇ ਕਾਰਨ ਕੀ ਹੈ? ਇਹ ਹੈ ਕਿ ਜੇ ਮੈਂ ਲੋਕਾਂ ਨੂੰ ਭਾਵੁਕ ਕਰ ਦਿਆਂਗਾ ਸ਼ਾਇਦ ਮੈਨੂੰ ਵੋਟਾਂ ਹੜ੍ਹਾਂ 'ਚ ਆ ਜਾਣਗੀਆਂ। ਮਾਨ ਸਾਹਿਬ ਐ ਨਹੀਂ ਵੋਟਾਂ ਪੈਂਦੀਆਂ। ਮੈਂ ਤੁਹਾਨੂੰ ਮੈਂ ਦੱਸਿਆ ਕਿ ਜੋ ਲੋਕ ਚਾਹੁੰਦੇ ਨੇ ਨਾ ਉਹ ਬੋਲੋ। ਜਿੱਤੇਗਾ ਤਾਂ ਭਗਵੰਤ ਮਾਨ, ਜਿਹਦੇ 9 MLA ਨੇ ਉੱਥੇ। ਕਿੰਨੀ ਵੋਟ ਤੁਸੀਂ ਉਹਨਾਂ ਦੀ ਕੱਟ ਲੋਗੇ? ਕਿੰਨੀ ਵੋਟ ਕੱਟ ਲੋਗੇ? ਜੇ ਅਸੀਂ ਬਾਦਲਾਂ ਦੀ ਸਿਕਿਉਰਿਟੀ ਜ਼ਬਤ ਕਰਾ ਦਿੰਦੇ ਹਾਂ ਤੇ ਫਿਰ ਸਿੱਖ ਲੀਡਰਸ਼ਿਪ ਤਾਂ ਮਰਜ ਹੋਣੀ ਹੈ ਨਾ। ਕਿਸੇ ਦੀ ਗੱਲ ਨਹੀਂ ਸੀ ਸੁਣਦਾ। ਇਹਦੇ ਫਾਦਰ ਨੇ ਮੈਨੂੰ ਆਪਣਾ ਬੇਟਾ ਅਡੋਪਟ ਕੀਤਾ ਹੋਇਆ ਸੀ। 24 ਘੰਟੇ ਮੈਂ ਤੇ ਬਾਪੂ ਇਕੱਠੇ ਰਹਿੰਦੇ ਸੀ। ਇਹ ਬਾਪੂ ਦੀ ਗੱਲ ਨਹੀਂ ਸੀ ਸੁਣਦਾ, ਜਿਹਨੇ ਇੰਨੀਆਂ ਵੱਡੀਆਂ ਸਪੀਕਰ ਰਹੇ, ਇਹ ਹੰਡਾਇਆ ਉਹ ਹੰਡਾਇਆ, ਉਹਨਾਂ ਦੀ ਗੱਲ ਨਹੀਂ ਸੀ ਸੁਣਦਾ। ਹੱਥ ਛਡਾ ਕੇ ਭੱਜ ਜਾਂਦਾ ਸੀ। ਇਹ ਆਪ ਉਧਰਾ ਸੀਗਾ। 3-4 ਬੰਦੇ ਜਿਹੜੇ ਇਹਦੇ ਨਾਲ ਕਿਤੇ ਸੀ ਉਹਨਾਂ ਦੀ ਗੱਲ ਸੁਣਦਾ ਸੀ, ਤਾਂ ਹੀ ਤਾਂ ਮਾਰ ਖਾ ਗਏ ਸੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਗਰਾਹਾਂ ਨੂੰ ਮਿਲਣਾ ਚਾਹੀਦਾ ਸੀ ਕਿ ਸਾਡੀ ਪੋਲੀਟਿਕਸ ਆ ਹੈ, ਆਪਾਂ ਪੰਜਾਬ 'ਚ ਚੇਂਜ ਲਿਆਉਣੀ ਆ। ਜਿਹੜੀ ਆਪਾਂ ਚੇਂਜ ਲੈ ਆਂਦੀ ਨਾ, ਇਹ ਠੀਕ ਨਹੀਂ ਆਈ। ਇੱਕ ਤੁਹਾਨੂੰ ਇਹ ਨਹੀਂ ਪਤਾ, ਜਿਵੇਂ ਪੈਰਲਲ ਇਕੋਨਮੀ ਚੱਲਦੀ ਹੈ ਨਾ, ਜੇ ਆਪਣੀ ਇੱਥੇ 6000 ਕਰੋੜ ਦੀ ਆਮਦਨ ਸ਼ਰਾਬ ਦੀ ਤੇ ਘੱਟੋ ਘੱਟ 20-30 ਹਜ਼ਾਰ ਦੀ ਨਕਲੀ ਸ਼ਰਾਬ ਵਿਕਦੀ ਸੀ ਔਰ ਉਹ 820 ਦੇ ਵਿੱਚ 100 ਸ਼ਰਾਬ ਦੀਆਂ ਅਸਲੀ ਬੋਤਲਾਂ ਵੇਚਦਾ ਸੀ, 500 ਰਾਇਲ ਸਟੈਗ ਦੀਆਂ ਨਕਲੀ ਭਰ ਕੇ ਵੇਚਦਾ ਸੀ ਰੋਜ਼। ਕਿੰਨਾ ਪੈਸਾ ਕਮਾਉਂਦਾ ਸੀ? ਹਜ਼ਾਰਾਂ ਕਰੋੜਾਂ ਰੁਪਏ ਕਮਾ ਕੇ ਬਹਿ ਗਏ। ਉਹਨਾਂ ਨੂੰ ਅੱਗ ਲੱਗੀ ਪਈ ਹੈ। ਤੁਹਾਨੂੰ ਨਹੀਂ ਪਤਾ ਇੰਡਸਟਰੀ ਏਰੀਏ 'ਚੋਂ 10-20 ਟਰੱਕ ਰੋਜ਼ ਦੇ ਜਾਂਦੇ ਸੀ ਇੱਥੋਂ, ਸਰਕਾਰ ਦੀ ਸ਼ਹਿ ਨਾਲ ਹੀ ਜਾਂਦੇ ਸੀ। ਤੇ ਉਹ ਹੁਣ ਕਿਉਂ ਜਾਣਗੇ? ਹੁਣ ਉੱਥੋਂ ਇੱਥੇ ਆਉਣਗੇ। ਤੇ ਮਾਨ ਦੇ ਚਿੱਤੇ ਵੀ ਨਹੀਂ ਹੈਗਾ ਇਹ ਕੰਮ। ਨਹੀਂ ਤਾਂ ਉਹਨੂੰ ਸਭ ਕੁਝ ਛੱਡ ਕੇ ਨਾ ਇਲੈਕਸ਼ਨ ਕੰਪੇਨ ਛੱਡ ਦੇ, ਯੂਨੀਵਰਸਿਟੀ ਜਾ ਕੇ ਬਹਿ ਜੇ, ਲੋਕੀ ਇਲੈਕਸ਼ਨ ਜਿਤਾ ਦੇਣਗੇ। ਉਹਨੂੰ ਇਹ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ। ਮਾਨ ਚੰਗਾ ਮਾੜਾ, ਤੁਹਾਡਾ ਮਾਨ ਤੋਂ ਬਿਨਾਂ ਇਸ ਦੁਨੀਆ 'ਚ ਕੋਈ ਨਹੀਂ ਹੈਗਾ। ਸਾਡੇ ਤੋਂ ਬਿਨਾਂ, ਸਿੱਖਾਂ ਤੋਂ ਬਿਨਾਂ ਕੋਈ ਨਹੀਂ ਹੈਗਾ। ਕੀ ਹਾਲਤ ਹੋ ਰਹੀ ਤੁਹਾਡੀ ਯੂਪੀ 'ਚ? ਤੁਹਾਨੂੰ ਲੱਗਦਾ ਹੈ ਕਿ ਇਹ ਫ੍ਰੀ ਬਿਜਲੀ ਕਿਸੇ ਸਾਜ਼ਿਸ਼ ਦੇ ਤਹਿਤ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ? ਮੈਂ ਕਹਿੰਦਾ ਕਿਸਾਨ ਯੂਨੀਅਨ ਨੂੰ ਸੜਕਾਂ 'ਤੇ ਆਉਣਾ ਚਾਹੀਦਾ ਕਿ ਸਾਨੂੰ ਫ੍ਰੀ ਬਿਜਲੀ ਨਹੀਂ ਜੇ ਚਾਹੀਦੀ।
ਤੁਸੀਂ ਸਾਨੂੰ 600 700 ਨਹੀਂ 1500 ਰੁਪਏ ਮੋਟਰ ਦਾ ਲਾਓ 15 ਹਾਰਸ ਪਾਵਰ ਦਾ, ਅਸੀਂ 1500 ਹੀ ਦਿਆਂਗੇ, ਜਿੰਨਾ ਮਰਜ਼ੀ ਪੈਸਾ ਲੈ ਲਓ। ਸਾਡੇ ਪੰਜਾਬ 'ਚ ਤਾਂ ਜਿਹੜਾ ਆਉਂਦਾ ਪੋਲੀਟੀਸ਼ੀਅਨ ਉਹ ਹਜ਼ਾਰਾਂ ਕਰੋੜਾਂ ਰੁਪਏ ਲੁੱਟ ਕੇ ਕੈਨੇਡਾ ਚਲਾਉਣਾ ਚਾਹੁੰਦਾ, ਅਮਰੀਕਾ ਚਲਾਉਣਾ ਚਾਹੁੰਦਾ, ਉਹਨੂੰ ਪੰਜਾਬ ਨਾਲ ਕੋਈ ਦਰਦ ਹੀ ਨਹੀਂ ਹੈਗਾ। ਜੇ ਉਹਨੂੰ ਤੁਸੀਂ ਜੰਗਲਾਤ ਦਾ ਮੰਤਰੀ ਲਾ ਦਿਓ ਤਾਂ ਦਰਖਤ ਵੱਢ ਕੇ ਖਾ ਜਾਂਦਾ, ਜੇ ਉਹਨੂੰ ਬਿਜਲੀ ਦਾ ਮੰਤਰੀ ਲਾ ਦਿਓ ਤਾਂ ਉਹ ਖੰਭਿਆਂ 'ਚੋਂ ਪੈਸੇ ਖਾ ਜਾਂਦਾ। ਭਾਈ ਸਾਹਿਬ ਛੁੱਟੀ ਲੈ ਕੇ ਆ ਕੇ ਨਾ ਬਲਦਾਂ ਵਾਲਾ ਹਾਲ ਵਾਹੁੰਦਾ ਹੁੰਦਾ ਸੀ ਐਜ਼ ਅਫਸਰ, ਫਾਦਰ ਦੀ ਮਦਦ ਕਰਦੇ ਸੀ। ਤੇ ਅੱਜ ਕੱਲ੍ਹ ਦਾ ਤਾਂ ਮੁੰਡਾ ਹੀਰੋ ਹਾਂਡੇ ਤੋਂ ਥੱਲੇ ਨਹੀਂ ਉਤਰਦਾ, ਬਲਦਾਂ ਨਾਲ ਹਲਵਾ ਕੇ ਦਿਖਾਊਗਾ। ਮੈਂ ਐਜ਼ ਏ ਅਫਸਰ ਨਿੱਕਰ ਪਾ ਕੇ ਗਾਨ ਮਾਰ ਰਿਹਾ, ਮੈਨੂੰ ਡੀਸੀ ਮਿਲਣ ਆਇਆ, ਕਹਿੰਦਾ ਕੈਪਟਨ ਸਿੱਧੂ ਨੂੰ ਮਿਲਣਾ। ਮੈਂ ਕਿਹਾ ਮੈਂ ਹੀ ਹਾਂ। ਮੈਂ ਕਿਹਾ 10 ਮਿੰਟ ਠਹਿਰ ਜਾ, ਮੈਂ ਤਿਆਰ ਹੋ ਗਿਆ। ਜਦੋਂ ਮੈਂ ਤਿਆਰ ਹੋ ਗਿਆ ਕਹਿੰਦਾ ਉਹ ਨਾਓ ਯੂ ਲੁੱਕ ਕੈਪਟਨ ਸਿੱਧੂ। ਤੋ ਦੈਟਸ ਏ ਡਿਗਨਿਟੀ ਆਫ ਲੇਬਰ। ਉਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਦੇਖ ਕੇ ਨਾ ਹੈਰਾਨ ਪਰੇਸ਼ਾਨ ਹੋ ਗਿਆ। ਕਹਿੰਦਾ ਦਰਸ਼ਕੋ, ਸੰਗਰੂਰ ਲੋਕ ਸਭਾ ਜਿਮਣੀ ਚੋਣਾਂ ਦਾ ਵਿਗਲ ਆ ਜਿਹੜਾ ਉਹ ਵੱਜ ਚੁੱਕਿਆ ਹੈ। ਸੰਗਰੂਰ ਲੋਕ ਸਭਾ ਜਿਮਣੀ ਚੋਣਾਂ ਦੀ ਜੇਕਰ ਆਪਾਂ ਇਸ ਵਾਰ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਨੇ ਆਪਣੇ ਜਿਹੜੇ ਕੈਂਡੀਡੇਟ ਆ ਉਹ ਮੈਦਾਨ 'ਚ ਉਤਾਰੇ ਹੋਏ ਨੇ, ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਇਹਨਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਮਝੌਤਾ ਹੋ ਰਿਹਾ ਸੀ, ਸਾਂਝਾ ਉਮੀਦਵਾਰ ਦੇਣ ਦੀ ਗੱਲ ਹੋ ਰਹੀ ਸੀਗੀ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਲੈਕਸ਼ਨ ਲੜ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਦੇ ਉੱਪਰ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਹਿਣਾ ਹੈ ਕਿ ਅਸੀਂ ਇਸ ਵਾਰ ਇਸ ਸੀਟ ਦੇ ਉੱਪਰ ਕੋਈ ਸਿਆਸਤ ਨਹੀਂ ਕਰਦੇ, ਪਰ ਦੂਸਰੇ ਪਾਸੇ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ, ਜਿਮਣੀ ਚੋਣ ਲੜ ਰਹੇ ਨੇ। ਉਹਨਾਂ ਦੇ ਪੁਰਾਣੇ ਸਾਥੀ ਕੈਪਟਨ ਚੰਨਣ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਕੈਪਟਨ ਚੰਨਣ ਸਿੰਘ ਜੀ ਤੋਂ ਜਾਣਦੇ ਹਾਂ ਕਿ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਕਿਉਂ ਲਗਾਤਾਰ ਜਿਹੜੀ ਹੈ ਚੋਣ ਹਾਰਦੇ ਆ ਰਹੇ ਨੇ। ਕੈਪਟਨ ਚੰਨਣ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਚੰਨਣ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਪਟਨ ਸਾਹਿਬ, ਤੁਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਪੁਰਾਣੇ ਸਾਥੀ ਹੋ, ਉਹਨਾਂ ਦੇ ਲਈ ਕੰਮ ਵੀ ਕੀਤਾ ਹੈ, ਉਹਨਾਂ ਨੂੰ ਵੋਟਾਂ ਵੀ ਪਵਾਈਆਂ ਜਿਸ ਸਮੇਂ। ਅੱਜ ਜਿਹੜਾ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਕਿਉਂ ਨਹੀਂ ਜਿੱਤ ਪਾ ਰਹੇ? ਸਵਾਲ ਇਹ ਜਿੱਤ ਪਾਉਣ ਦਾ ਸਵਾਲ ਨਹੀਂ ਹੈ। ਸਵਾਲ ਹੈ ਕਿ 89 ਦੇ ਵਿੱਚ ਮਾਨ ਸਾਹਿਬ ਬਹੁਤ ਵੱਡਾ ਇੱਕ ਰੈਵੋਲੂਸ਼ਨ ਲੈ ਕੇ ਪੰਜਾਬ 'ਚ ਉਤਰੇ ਸੀ, ਔਰ ਉਹਨਾਂ ਨੂੰ ਸਮਹਾਉ ਉਹ ਮੈਚੋਰਟੀ ਨਹੀਂ ਸੀ, ਉਹਨਾਂ ਨੂੰ ਪੋਲੀਟੀਕਲ ਮੈਚੋਰਟੀ ਬਿਲਕੁਲ ਨਹੀਂ ਸੀ। ਉਹਨਾਂ ਨੇ ਆਪਣੇ ਆਪ ਨੂੰ ਆਪੇ ਖਤਮ ਕਰ ਲਿਆ। ਕਦੀ ਬਾਬਾ ਜੋਗਿੰਦਰ ਸਿੰਘ ਨੂੰ ਕੱਢਤਾ, ਕਦੀ ਫੈਡਰੇਸ਼ਨ ਵਾਲੇ ਕੱਢਦੇ, ਕਦੀ ਸਾਡੇ ਵਰਗੇ ਕੱਢਦੇ, ਕਦੀ ਵਾਲੀ ਵਰਗੇ ਕੱਢਦੇ, ਕਦੀ ਹੌਲੀ ਹੌਲੀ ਉਹੀ ਰਹਿ ਗਏ 5-7 ਨਾਲ ਜਿਹੜੇ ਸੀਗੇ। ਤਾਂ ਉਹ ਇਮੈਚੋਰਟੀ ਸੀਗੇ। ਫਿਰ ਬਾਦਲਾਂ ਦੇ ਟਰੈਪ 'ਚ ਆ ਗਏ। ਬਾਦਲਾਂ ਨੇ ਕਹਿੰਦੇ ਅਸੀਂ ਤੁਹਾਡੇ ਜੁਆਇਨ ਕਰ ਲੈਣਾ ਜੀ। ਜੋ ਅੱਜ ਦੀ ਸਿਚੁਏਸ਼ਨ ਹੋਈ ਹੈ ਨਾ ਇਲੈਕਸ਼ਨਾਂ ਤੋਂ ਪਹਿਲਾਂ, ਉਹੀ ਸਿਚੁਏਸ਼ਨ ਉਦੋਂ ਆਈ। ਬਾਦਲ ਬੜਾ ਸ਼ਾਤਰ ਸੀ। ਬਾਦਲ ਨੂੰ ਪਤਾ ਸੀ ਵੀ ਇਹ 3-4 ਸਾਲ ਜੇ ਐਂ ਹੀ ਚੱਲਦਾ ਤੇ ਵਾਰਨ ਆਊਟ ਹੋ ਜਾਏਗਾ, ਅਸੀਂ ਇਹਨੂੰ ਢਾਹ ਲਾਂਗੇ। ਉਹਨੇ ਸੈਂਟਰ ਨਾਲ ਇੱਕ ਐਸੀ ਸਿਆਸਤ ਰਚੀ ਕਿ ਇੱਧਰੋਂ ਤਾਂ ਸੈਂਟਰ ਨੂੰ ਕਿਹਾ ਵੀ ਅਸੀਂ ਇਲੈਕਸ਼ਨਾਂ ਦਾ ਬਾਈਕਾਟ ਕਰਾਂਗੇ, ਇੱਧਰੋਂ ਇਹਦੇ ਗੱਲ ਪਵਾਤੇ ਜਿੰਨੇ ਵੀ ਬੱਬਰ ਸੀਗੇ ਕਿ ਤੂੰ ਇਲੈਕਸ਼ਨਾਂ ਦਾ ਬਾਈਕਾਟ, ਤੂੰ ਇਲੈਕਸ਼ਨ ਲੜ ਕੇ ਕੋਈ ਮੁੰਡੇ ਮਾਰੇਗਾ, ਫਲਾਣਾ ਕਰੇਗਾ। ਤਾਂ ਹੀ ਵਾਜ਼ ਫੋਰਸ ਟੂ ਮੇਕ ਏ ਬਾਈਕਾਟ। ਇਹਨੂੰ ਬਾਈਕਾਟ ਕਰਾਤਾ ਤੇ 4 ਸਾਲਾਂ 'ਚ ਵਾਰਨ ਆਊਟ ਹੋ ਗਿਆ ਸਿਮਰਨਜੀਤ ਸਿੰਘ ਮਾਨ। ਉਸ ਤੋਂ ਬਾਅਦ ਦੁਬਾਰਾ ਫਿਰ ਸੰਗਰੂਰ ਸੀਟ ਜਿੱਤਦਾ ਤਰਨ ਤੋਂ ਬਾਅਦ। ਤਾਂ ਫਿਰ ਵੀ ਇਹਨੂੰ ਇੰਨੀ ਮੈਚੋਰਟੀ ਨਹੀਂ ਆਈ ਕਿ ਦੇਖੋ ਲੋਕੀ ਕੀ ਭਾਲਦੇ ਆ, ਜੋ ਲੋਕ ਚਾਹੁੰਦੇ ਨੇ। ਅਗਰ ਤਾਂ ਤੁਸੀਂ ਉਹ ਕੰਮ ਕਰੋਗੇ ਤਾਂ ਤੁਸੀਂ ਪਾਪੂਲਰ ਲੀਡਰ ਜੇ ਤੁਸੀਂ ਲੋਕਾਂ 'ਤੇ ਆਪਣੇ ਆਪ ਨੂੰ ਥੋਪੋਗੇ ਤਾਂ ਫਿਰ ਤੁਸੀਂ ਅਨਪੋਪੂਲਰ ਹੋ ਜਾਓਗੇ। ਤਾਂ ਮਾਨ ਦੀ ਪੋਲੀਟੀਕਲ ਇਮੈਚੋਰਟੀ ਦੀ ਬਦੌਲਤ ਮਾਨ ਜਿਹੜਾ ਸੀ ਉਸ ਜ਼ਮਾਨੇ ਤੋਂ ਖਤਮ ਹੋ ਗਿਆ, ਔਰ ਉਹ ਅੱਜ ਤੱਕ ਹਾਰਦਾ ਹੀ ਆ ਰਿਹਾ, ਕਿਉਂਕਿ ਅਜੇ ਤੱਕ ਲੋਕਾਂ ਨੂੰ ਵਿਸ਼ਵਾਸ ਨਹੀਂ ਬੱਝਿਆ। ਲੇਕਿਨ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਆਲ ਟੂਗੈਦਰ ਡਿਫਰੈਂਟ ਹੈ। ਅੱਜ ਦੀ ਡੇਟ ਦੇ ਵਿੱਚ ਬਾਦਲ ਅਕਾਲੀ ਦਲ ਜਿਹੜਾ ਸਿਮਰਨਜੀਤ ਮਾਨ ਨੂੰ 40 ਸਾਲਾਂ ਬਾਅਦ 89 ਤੋਂ ਲੈ ਕੇ ਹੁਣ ਤੱਕ ਦੂਜਾ ਮੌਕਾ ਮਿਲਿਆ। ਦੂਜੇ ਮੌਕੇ 'ਤੇ ਇੰਨੇ ਸਾਲ ਸਟਰਗਲ ਕਰਨ ਤੋਂ ਬਾਅਦ ਇਹਨੂੰ ਜਿਹੜਾ ਮੌਕਾ ਮਿਲਿਆ, ਜੇ ਹੁਣ ਇਹ ਖਰਾ ਉਤਰਦਾ ਲੋਕਾਂ ਦੀਆਂ ਛਾਵਾਂ 'ਤੇ ਇਹ ਪੰਥ ਦਾ ਲੀਡਰ ਐਮਰਜ ਹੋਏਗਾ, ਕਿਉਂਕਿ ਬਾਦਲ ਖਤਮ ਹੋ ਚੁੱਕੇ ਹੈ। ਕਿਸੇ ਨਾ ਕਿਸੇ ਨੇ ਤਾਂ ਦੇਖੋ ਜੀ ਪੰਥ ਨੂੰ ਟੇਕ ਓਵਰ ਕਰਨਾ ਹੀ ਕਰਨਾ। ਅਗਰ ਅੱਛੇ ਸਲਾਹਕਾਰ ਰੱਖ ਕੇ ਅੱਛੀ ਨੀਤੀ ਨਾਲ ਇਹ ਚੱਲੇਗਾ ਤਾਂ ਇਹ ਲੀਡਰ ਐਮਰਜ ਹੋ ਜਾਏਗਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਬਾਦਲ 5ਵੇਂ ਨੰਬਰ ਤੋਂ ਉੱਪਰ ਨਹੀਂ ਆ ਸਕਦੇ, ਕਿਉਂਕਿ ਜਿਸ ਤਰੀਕੇ ਨਾਲ ਬਾਦਲਾਂ ਨੇ ਗੇਮ ਖੇਡੀ ਔਰ ਸਿਮਰਨਜੀਤ ਮਾਨ ਉਹਨਾਂ ਦੇ ਟਰੈਪ 'ਚ ਨਹੀਂ ਆਇਆ। ਤਾਂ ਅੱਛੀ ਗੱਲ ਹੈ
ਕਿਉਂਕਿ ਮੇਰੇ ਖਿਆਲ 'ਚ ਮੈਂ ਤਾਂ ਦੇਖੋ ਜੀ ਉਹਨਾਂ ਨੂੰ ਹੋ ਗਏ ਕੋਈ 91 ਤੋਂ ਬਾਅਦ ਕਦੀ ਮਿਲਿਆ ਨਹੀਂ, ਲੇਕਿਨ ਮੈਨੂੰ ਐਂ ਲੱਗਦਾ ਵੀ ਕਾਫੀ ਸੁਲਝ ਚੁੱਕਿਆ ਪੋਲੀਟੀਕਲੀ, ਨਹੀਂ ਤਾਂ ਫਿਰ ਟਰੈਪ 'ਚ ਆ ਜਾਂਦਾ। ਤੋ ਹੁਣ ਜਿਹੜਾ ਹੁਣ ਸਿੱਖਾਂ ਵਾਸਤੇ ਕੋਈ ਇਹ ਸੰਗਰੂਰ ਦੀ ਇਲੈਕਸ਼ਨ ਨਹੀਂ ਹੈਗੀ ਜੀ, ਸਾਡੇ ਵਾਸਤੇ ਸੰਗਰੂਰ ਦੀ ਇਲੈਕਸ਼ਨ ਦਾ ਕੋਈ ਮਾਇਨਾ ਨਹੀਂ ਹੈ। ਸਾਡੇ ਵਾਸਤੇ ਇਹ ਹੈ ਕਿ ਬਾਦਲ ਜਿਹੜੇ ਡੈਸੀਮੇਟ ਹੋ ਚੁੱਕੇ ਨੇ ਉਹ 91 ਦੀ ਦੁਬਾਰਾ ਨਾ ਰਿਵਾਈਵ ਹੋ ਜਾਣ। ਅਸੀਂ ਤਾਂ ਬਾਦਲਾਂ ਨੂੰ ਖਤਮ ਕਰਨਾ, ਸ਼੍ਰੋਮਣੀ ਕਮੇਟੀ ਦੇ ਇਹਨਾਂ ਦੇ ਮਹੰਤਾਂ ਨੂੰ ਉੱਥੋਂ ਬਾਹਰ ਕੱਢਣਾ ਔਰ ਸਿੱਖ ਸਿਆਸਤ ਨੂੰ ਦੁਬਾਰਾ ਜਿਹੜਾ ਉਹ ਪਟੜੀ 'ਤੇ ਲਿਆ ਕੇ ਲਾਈਨ 'ਤੇ ਲਗਾ ਕੇ ਅੱਗੇ ਵਧਾਉਣਾ, ਸਾਡਾ ਇਹ ਮਤਲਬ ਹੈ। ਤੋ ਇਸ ਕਰਕੇ ਮੈਨੂੰ ਮਾਨ ਸਾਹਿਬ ਦਾ ਪਰਸੋਂ ਚੌਥੇ ਟੈਲੀਫੋਨ ਵੀ ਆਇਆ ਸੀ। ਦੇਖੋ ਇੰਨੇ ਸਾਲਾਂ ਬਾਅਦ ਆਇਆ, 91 ਤੋਂ ਬਾਅਦ ਮੈਨੂੰ ਕਦੀ ਫੋਨ ਨਹੀਂ ਸੀ ਆਇਆ। 30 ਸਾਲਾਂ ਬਾਅਦ ਫੋਨ ਆਇਆ। 30 ਸਾਲਾਂ ਬਾਅਦ ਫੋਨ ਆਇਆ ਮੈਨੂੰ ਮਾਨ ਸਾਹਿਬ ਦਾ, ਤੇ ਮੈਂ ਕਿਹਾ ਠੀਕ ਹੈ ਜੀ, ਅਸੀਂ ਦੇਖੋ ਆਪਣੇ ਵੱਖਰੇਵੇਂ ਹੋ ਸਕਦੇ ਆ, ਆਪਣੇ ਆਈਡੀਓਲੋਜੀ ਡਿਫਰੈਂਟ ਹੋ ਸਕਦੀ ਹੈ, ਲੇਕਿਨ ਅੱਜ ਦੀ ਡੇਟ 'ਚ ਸਵਾਲ ਸਿੱਖ ਕੌਮ ਦਾ ਹੈ, ਸਿੱਖ ਲੀਡਰਸ਼ਿਪ ਦਾ ਹੈ ਕਿ ਆਉਣ ਵਾਲੀਆਂ ਦਹਾਕੇ ਨੇ ਉਹ ਸਿੱਖ ਪੋਲਿਟਿਕਸ ਜਿਹੜੀ ਆ ਉਹ ਕਿੱਧਰ ਨੂੰ ਜਾਊਗੀ ਔਰ ਉਹ ਲੀਡ ਕਰਨਾ ਬਹੁਤ ਜ਼ਰੂਰੀ ਹੈ। ਤਾਂ ਮੈਂ ਤਾਂ ਜਦੋਂ ਮਿਲਾਂਗਾ ਤੇ ਮਾਨ ਸਾਹਿਬ ਨੂੰ ਕਹਾਂਗਾ ਜਿਹੜੀਆਂ ਆਪਾਂ ਗਲਤੀਆਂ 89 'ਚ ਕੀਤੀਆਂ ਨੇ, ਦੇਖੋ ਇਹ ਤਾਂ ਕੋਈ ਸ਼ੱਕ ਨਹੀਂ ਕਿ ਇਸ ਇਲੈਕਸ਼ਨ ਤੋਂ ਬਾਅਦ ਸਿੱਖ ਲੀਡਰਸ਼ਿਪ ਅਮਰਜ ਹੋਏਗੀ ਔਰ ਮਾਨ ਮੇਰੇ ਖਿਆਲ ਇਜ਼ ਡੂਇੰਗ ਮਚ ਬੈਟਰ ਦੈਨ ਬਾਦਲਾਂ ਤੋਂ ਅੱਛਾ ਕਰ ਰਹੇ। ਤੁਸੀਂ ਤਾਂ ਉੱਥੋਂ ਆਏ ਜੇ, ਤੁਹਾਨੂੰ ਜ਼ਿਆਦਾ ਪਤਾ ਹੋਣਾ ਮੇਰੇ ਤੋਂ। ਅਗਰ ਮਾਨ ਸਿੱਖ ਕੌਮ ਦਾ ਲੀਡਰ ਅਮਰਜ ਹੁੰਦਾ ਹੈ ਤਾਂ ਫਿਰ ਇਹਦੇ ਤੇ ਬਹੁਤ ਵੱਡਾ ਬੋਝ ਪੈ ਜਾਏਗਾ ਕਿ 2024 ਤੋਂ ਪਹਿਲਾਂ ਫਿਰ ਤਾਂ ਨਹੀਂ ਖਿੰਡ ਜਾਏਗਾ ਜਿਵੇਂ ਪਹਿਲਾਂ ਹੋਇਆ। 2024 ਤੱਕ ਤੈਨੂੰ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਪਊਗਾ, ਆਪਣੀ ਜਿਹੜੀ ਹੈ ਸੋਚ ਹੈ ਉਹ ਬਦਲ ਕੇ ਲੋਕਾਂ ਨੂੰ ਨਾਲ ਲਾਉਣਾ ਪਊਗਾ, ਲੋਕਾਂ ਦੀ ਸੋਚ ਨਾਲ ਚੱਲਣਾ ਪਊਗਾ, ਨਾ ਕਿ ਲੋਕੀ ਮਾਨ ਦੀ ਸੋਚ ਨਾਲ ਚੱਲਣ। ਅੱਜ ਦੀ ਡੇਟ 'ਚ ਵੀ ਅਗਰ ਸਿਮਰਨਜੀਤ ਸਿੰਘ ਮਾਨ ਲੋਕਾਂ ਦੀ ਸੋਚ ਨਾਲ ਚੱਲੇ ਤਾਂ ਇਲੈਕਸ਼ਨ ਜਿੱਤੂ। ਲੋਕਾਂ ਦੀ ਸੋਚ ਦੀ ਗੱਲ ਕਰੀਏ ਜੇ ਆਪਾਂ ਵਿਧਾਨ ਸਭਾ ਇਲੈਕਸ਼ਨ ਹੋ ਕੇ ਹਟੀਆਂ ਨੇ, ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਜੇਕਰ ਝਾੜੂ ਦੀ ਗੱਲ ਕਰੀਏ, ਝਾੜੂ ਨੇ ਵੱਡੀ ਲੀਡ ਪ੍ਰਾਪਤ ਕੀਤੀ ਆ। ਉਹ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਦਾ ਵੱਡਾ ਰੋਲ ਸੀਗਾ ਜਿੱਥੇ ਝਾੜੂ ਨੇ ਜਿਹੜਾ ਹੈ ਕਾਬਜ਼ ਹੋਇਆ ਹੈ ਪੰਜਾਬ ਦੇ ਉੱਪਰ, ਪੰਜਾਬ ਦੀ ਸੱਤਾ ਦੇ ਉੱਪਰ। ਪਰ ਸੋਸ਼ਲ ਮੀਡੀਆ ਤੇ ਜਿਹੜੇ ਚਰਚਿਤ ਚਿਹਰੇ ਨੇ ਇਸ ਵਾਰ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਉਹ ਉਤਰੇ ਨੇ, ਜਿੱਦਾਂ ਨਵਜੋਤ ਕੌਰ ਲੰਬੀ ਹੋ ਗਏ ਜਾਂ ਲੱਖਾ ਸਿਧਾਣਾ ਹੋ ਗਿਆ। ਯੂਥ ਇਹਨਾਂ ਨੂੰ ਫੋਲੋ ਕਰਦਾ ਹੈ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਸਪੋਰਟ ਕਰਨ ਦੇ ਨਾਲ ਸਿਮਰਜੀਤ ਸਿੰਘ ਮਾਨ ਨੂੰ ਕੋਈ ਬੈਨੀਫਿਟ ਹੋਊਗਾ? ਬਿਲਕੁਲ ਨਹੀਂ ਹੁੰਦਾ। ਲੱਖਾ ਸਿਧਾਣਾ ਦੀ ਆਪਦੀ ਇਲੈਕਸ਼ਨ ਬੁਰੀ ਤਰ੍ਹਾਂ ਹਾਰਿਆ ਤੇ ਉੱਥੇ ਵੀ ਨਵਜੋਤ ਕੌਰ ਲੰਬੀ ਜਿਹੜੀ ਸੀ ਉਹ ਆ ਕੇ ਕੰਪੇਨ ਕਰ ਰਹੀ ਸੀ। ਉਹ ਕੁੜੀ ਮਿਸਗਾਈਡਡ ਹੈ, ਉਹਨੂੰ ਕੋਈ ਅੱਛੀ ਹੈ, ਮੈਂ ਮਿਲਿਆ ਉਹਨੂੰ, ਮੈਂ ਇਲੈਕਸ਼ਨਾਂ ਤੋਂ ਪਹਿਲਾਂ ਮੈਂ ਵੀ ਮਿਲ ਕੇ ਆਇਆ ਸੀ, ਅੱਛੀ ਹੈ, ਉਹ ਟੋਟਲੀ ਮਿਸਗਾਈਡਡ ਹੈ। ਹੁਣ ਲੱਖਾ ਸਿਧਾਣਾ ਦੀ ਸਪੋਰਟ ਕਰਕੇ ਉਹਨੇ ਕੀ ਖੱਟਿਆ ਤਲਵੰਡੀ ਸਾਬੋ ਤੋਂ, ਉਹਨੇ ਆਪਦਾ ਇਮੇਜ ਹੋਰ ਡਾਊਨ ਕੀਤਾ। ਹੁਣ ਉਹ ਮਾਨ ਨਾਲ ਲੱਖਾ ਸਿਧਾਣਾ ਵੀ ਆ ਗਿਆ, ਨਵਜੋਤ ਕੌਰ ਲੰਬੀ ਵੀ ਆ ਗਈ, ਲੇਕਿਨ ਸਵਾਲ ਇਹ ਹੈ ਕਿ ਲੱਖੇ ਸਿਧਾਣੇ ਨੂੰ ਲੋਕ ਕਿੰਨੇ ਫਾਲੋ ਕਰਦੇ ਨੇ, ਕਿੰਨੇ ਉਹਨੂੰ ਲਾਈਕ ਕਰਦੇ ਨੇ, ਕਿੰਨੇ ਉਹਦੇ ਨਾਲ ਤੁਰਦੇ ਨੇ, ਕਿੰਨੇ ਉਹਦੇ ਨਾਲ ਨਹੀਂ ਤੁਰਦੇ। ਇਹ ਤਾਂ ਔਨ ਗਰਾਊਂਡ ਤੁਸੀਂ ਵਾਈ ਯੂ ਵਾਂਟ ਲੱਖਾ ਸਿਧਾਣਾ, ਤੁਸੀਂ ਲੋਕਲ ਪਬਲਿਕ ਤੁਹਾਨੂੰ ਕਿਉਂ ਨਹੀਂ ਚਾਹੀਦੀ? ਸਾਨੂੰ ਲੋਕਲ ਪਬਲਿਕ ਚਾਹੀਦੀ ਹੈ, ਲੋਕਲ ਪਬਲਿਕ ਸਪੋਰਟ ਚਾਹੀਦੀ ਹੈ। ਮੈਂ ਪਹਿਲਾਂ ਹੀ ਕਿਹਾ ਨਾ ਕਿ ਲੀਡਰ ਉਹ ਹੁੰਦਾ ਜਿਹੜਾ ਲੋਕਾਂ ਦੀ ਬੋਲੀ ਬੋਲੇ। ਲੋਕ ਕੀ ਚਾਹੁੰਦੇ ਨੇ ਉਹ ਆਪਦੇ ਮੂੰਹ 'ਚੋਂ ਬੋਲੇ, ਲੋਕ ਇਹ ਸੁਣਨਾ ਚਾਹੁੰਦੇ ਆ। ਲੀਡਰ ਉਹ ਨਹੀਂ ਹੁੰਦਾ ਕਿ ਆਪਣੇ ਆਪ ਨੂੰ ਥੋਪ ਦੇ ਆ ਕੇ ਉੱਤੇ। ਤੋ ਮਾਨ ਸਾਹਿਬ ਨੂੰ ਬੜਾ ਸੋਚ ਸਮਝ ਕੇ ਚੱਲਣਾ ਪਏਗਾ। ਦੇਖੋ ਇਹ ਤਾਂ ਦੂਜੀ ਗੱਲ ਹੈ, ਜਿੱਤੇ ਨਾ ਜਿੱਤੇ, ਲੇਕਿਨ ਮਾਨ ਲੀਡਰ ਤਾਂ ਅਮਰਜ ਹੋਏਗਾ ਹੀ ਹੋਏਗਾ, ਲੇਕਿਨ ਉਹਨੇ 2024 ਤੱਕ ਆਪਣੇ ਆਪ ਨੂੰ ਕਿਵੇਂ ਚਲਾਉਣਾ, ਸਿੱਖ ਪੰਥ ਨੂੰ ਦੁਬਾਰਾ ਜਿਹੜਾ ਉਹ ਲਾਈਨ 'ਤੇ ਕਿਵੇਂ ਲਿਆਉਣਾ, ਉਹ ਉਹਦੇ 'ਤੇ ਡਿਪੈਂਡ ਕਰੇਗਾ ਇਹ ਇਲੈਕਸ਼ਨ ਤੋਂ ਬਾਅਦ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ, ਮਾਨ ਸਾਹਿਬ ਨੇ ਇੱਕ ਪੁਰਾਣੀ ਸਟੇਟਮੈਂਟ ਆ ਮਾਨ ਸਾਹਿਬ ਦੀ ਜਿਹੜੀ ਹੈ ਭਗਤ ਸਿੰਘ ਦੇ ਖਿਲਾਫ ਸਟੇਟਮੈਂਟ ਦਿੱਤੀ ਹੈ। ਭਗਤ ਸਿੰਘ ਨੂੰ ਇੱਕ ਸਟੇਟਮੈਂਟ ਦੇ ਵਿੱਚ, ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਭਗਤ ਸਿੰਘ ਇੱਕ ਅੱਤਵਾਦੀ ਹੈ, ਅੱਤਵਾਦੀ ਕਿਹਾ ਸੀਗਾ। ਹਾਲਾਂਕਿ ਉਹ ਪੁਰਾਣੀ ਸਟੇਟਮੈਂਟ ਆ, ਜਦੋਂ ਇਲੈਕਸ਼ਨ ਆਉਂਦਾ ਹੈ ਤਾਂ ਉਹ ਸਟੇਟਮੈਂਟ ਨੂੰ ਅੱਗੇ ਲਿਆਂਦਾ ਜਾਂਦਾ ਹੈ। ਹੁਣ ਵੀ ਉਹ ਸੋਸ਼ਲ ਮੀਡੀਆ 'ਤੇ ਕਾਫੀ ਕਲਿੱਪ ਵਾਇਰਲ ਹੋ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਮਾਨ ਸਾਹਿਬ ਦੀ ਉਹ ਸਟੇਟਮੈਂਟ ਆ, ਉਹ ਸਹੀ ਹੈ? ਉਸ ਚੀਜ਼ ਨੂੰ ਸਹੀ ਮੰਨਦੇ ਹੋ? ਨਹੀਂ, ਮਾਨ ਸਾਹਿਬ ਦੀ ਸਟੇਟਮੈਂਟ ਤਾਂ ਬਿਲਕੁਲ ਹੀ ਗਲਤ ਹੈ। ਮੈਨੂੰ ਨਹੀਂ ਪਤਾ ਕਿਸ ਸੰਦਰਭ 'ਚ ਉਹਨੇ ਕਹੀ ਹੈ, ਕਦੋਂ ਕਹੀ ਹੈ, ਕਿਹੜੇ ਸੰਨ 'ਚ ਕਹੀ ਹੈ, ਉਸ ਦੀ ਗੱਲ ਤਾਂ ਮੈਨੂੰ ਨਹੀਂ ਪਤਾ। ਜੇ ਭਗਤ ਸਿੰਘ ਅੱਤਵਾਦੀ ਫਿਰ ਅਸੀਂ ਸਾਰੇ ਅੱਤਵਾਦੀ ਹਾਂ, ਕਿਉਂਕਿ ਮੇਰਾ ਸਵਾਲ ਇਹ, ਮਾਨ ਖੁਦ ਵੀ ਅੱਤਵਾਦੀ ਹੈ। ਕਿਉਂਕਿ ਮੇਰਾ ਸਵਾਲ ਇਹੀ ਹੈ, ਜਿੰਨਾ ਉਹਨਾਂ ਨੇ ਕਿਹਾ ਨਾ ਕਿ ਇੱਕ ਬੇਕਸੂਰ ਅੰਗਰੇਜ਼ ਪੁਲਿਸ ਅਫਸਰ ਨੂੰ ਤੇ ਇੱਕ ਸਿੱਖ ਅਫਸਰ ਨੂੰ ਜਿਹੜਾ ਹੈ ਭਗਤ ਸਿੰਘ ਨੇ ਮਾਰ ਦਿੱਤਾ ਸੀਗਾ। ਤੇ ਜੇਕਰ ਆਪਾਂ ਗੱਲ ਕਰੀਏ ਬੰਦੀ ਸਿੰਘਾਂ ਦੀ ਜਿਹੜੀ
ਇਲੈਕਸ਼ਨ ਲੜੀ ਜਾ ਰਹੀ ਹੈ ਬੰਦੀ ਸਿੰਘਾਂ ਦੇ ਨਾਂ ਦੇ ਉੱਪਰ, ਤਾਂ ਬੰਦੀ ਸਿੰਘ ਜਿਹੜੇ ਖਾੜਕੂ ਸਿੰਘਾਂ ਦੀ ਗੱਲ ਕਰਦੇ ਆ ਤਾਂ ਖਾੜਕੂ ਸਿੰਘਾਂ ਦਾ ਵੀ ਪੁਲਿਸ ਨਾਲ ਮੁਕਾਬਲੇ ਹੁੰਦੇ ਸੀ ਤੇ ਖਾੜਕੂ ਸਿੰਘ ਪੁਲਿਸ ਵਾਲਿਆਂ ਨੂੰ ਮਾਰਦੇ ਸੀ। ਕੀ ਫਿਰ ਉਹਨਾਂ ਨੂੰ ਵੀ ਅੱਤਵਾਦੀ ਮੰਨਿਆ? ਮੈਂ ਉਹੀ ਤਾਂ ਕਹਿ ਰਿਹਾ ਨਾ, ਫਿਰ ਤਾਂ ਅਸੀਂ ਸਾਰੇ ਅੱਤਵਾਦੀ ਹਾਂ, ਫਿਰ ਤਾਂ ਮਾਨ ਖੁਦ ਅੱਤਵਾਦੀ ਹੈ। ਮਾਨ ਵੀ ਤਾਂ ਸਟੇਟ ਦੇ ਖਿਲਾਫ ਬੋਲਦਾ ਹੈ, ਫਿਰ ਮਾਨ ਵੀ ਤਾਂ ਸਾਰਿਆਂ ਦਾ ਰਹਿਬਰ ਸੀ ਨਾ 89 90 91 'ਚ, ਫਿਰ ਮਾਨ ਤਾਂ ਖੁਦ ਅੱਤਵਾਦੀ ਹੋ ਗਿਆ। ਇਹ ਨਹੀਂ ਮੈਨੂੰ ਪਤਾ ਉਹ ਸਟੇਟਮੈਂਟ ਉਹਨੂੰ ਪਲੇ ਡਾਊਨ ਹੋਣ ਉਸ ਟਾਈਮ ਮੈਂ ਤੁਹਾਨੂੰ ਦੱਸਾਂ, ਮਾਨ ਨੂੰ ਮੈਂ ਪਹਿਲਾਂ ਹੀ ਕਹਿ ਰਿਹਾ ਨਾ, ਜੇ ਮਾਨ ਨੂੰ ਇੰਨੀ ਮੈਚੋਰਿਟੀ ਹੁੰਦੀ ਤੇ 89 ਤੋਂ ਬਾਅਦ ਅੱਜ ਤੱਕ ਅਸੀਂ ਧੱਕੇ ਕਿਉਂ ਖਾਂਦੇ? ਮਾਨ ਨੇ ਨਹੀਂ ਧੱਕੇ ਖਾਦੇ, ਸਿੱਖ ਕੌਮ ਨੇ ਧੱਕੇ ਖਾਦੇ। ਸਿੱਖ ਕੌਮ ਮਿਸਗਾਈਡਡ ਹੋ ਗਈ, ਸਿੱਖ ਕੌਮ ਦਾ ਕੋਈ ਵਾਲੀ ਵਾਰਸ ਨਹੀਂ ਰਿਹਾ। ਜਿਹੜੇ ਬਾਦਲਾਂ ਕੋਲੇ ਸਿੱਖ ਕੌਮ ਵਾਪਸ ਚਲੀ ਗਈ, ਉਹਨਾਂ ਨੇ ਕੀ ਕੀਤਾ ਬੜਗਾੜੀ 'ਚ? ਉਹਨਾਂ ਨੇ ਰਹਿੰਦਾ ਖੈਂਦੀ ਕਸਰ ਵੀ ਕੱਢ ਕੇ ਸਾਰੇ ਗੁਰੂ ਨੂੰ ਹੀ ਸੜਕਾਂ 'ਤੇ ਰੋਲ ਕੇ ਸੁੱਟਤਾ। ਤੋ ਮਾਨ ਨੇ ਕਿਸ ਸਮਰ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਦਾ, ਅਗਰ ਕਹੀਏ ਤਾਂ ਬਹੁਤ ਮਾੜੀ ਗੱਲ ਹੈ। ਮੈਂ ਵੀ ਸੁਣੀ ਆ ਮਾਰ ਦਿੱਤਾ, ਤੇ ਫਿਰ ਅਸੀਂ ਵੀ ਤਾਂ ਬਤੇਰੇ ਮਾਰੇ ਆ। ਜਨਰਲ ਵੇਦਿਆ ਨੂੰ ਮਾਰਿਆ, ਫਿਰ ਉਹਨਾਂ ਨੂੰ ਤੂੰ ਸੁੱਖੇ ਜਿੰਦੇ ਨੂੰ ਕਿਉਂ ਦੇ ਰਿਹਾ ਸਰੋਪੇ? ਫਿਰ ਉਹ ਵੀ ਤਾਂ ਅੱਤਵਾਦੀ ਨੇ। ਉਹਨਾਂ ਤੋਂ ਇੱਕ ਫੌਜੀ ਰਿਟਾਇਰ ਜਨਰਲ ਨੂੰ ਮਾਰਿਆ। ਜਨਰਲ ਵੇਦਿਆ ਦਾ ਤਾਂ ਪੁਲਿਸ ਰਾਜ ਕੋਈ ਦੂਰੀ ਰਾਜਨੀਤੀ ਨਹੀਂ ਖੇਡੀ ਜਾ ਰਹੀ। ਇੱਕ ਪਾਸੇ ਬੰਦੀ ਸਿੰਘਾਂ ਨੂੰ ਕਹਿ ਰਹੇ ਆ ਉਹਨਾਂ ਦੀ ਰਿਹਾਈ ਲਈ, ਤੇ ਦੂਸਰੇ ਪਾਸੇ ਜਿਨ੍ਹਾਂ ਨੇ ਦੇਸ਼ ਲਈ ਲੜੇ ਤੇ ਉਹਨਾਂ ਨੂੰ ਅੱਤਵਾਦੀ ਦੱਸਿਆ ਜਾ ਰਿਹਾ। ਦੇਖੋ ਜਿਹੜੇ ਬੰਦੀ ਸਿੰਘ ਨੇ ਨਾ ਜੀ, ਬੰਦੀ ਸਿੰਘ ਦੀ ਰਿਹਾਈ ਵਾਸਤੇ ਤਾਂ ਨਾ ਕਦੀ ਇਲੈਕਸ਼ਨ ਲੜੀ ਗਈ ਤੇ ਨਾ ਹੁਣ ਲੜੀ ਜਾਏਗੀ ਤੇ ਨਾ ਲੜੀ ਜਾ ਰਹੀ ਹੈ। ਇਹ ਤਾਂ ਗੇਮਸ ਆਰ ਬੀਇੰਗ ਪਲੇਡ। ਤੁਸੀਂ ਸਮਝਦੇ ਕਿ ਬਾਦਲ ਬੰਦੀ ਸਿੰਘਾਂ ਨੂੰ ਛਡਾਉਣਾ ਚਾਹੁੰਦੇ? ਜੇ 10 ਸਾਲ ਉਹਨਾਂ ਦੀ ਆਪਣੀ ਸਰਕਾਰ ਰਹੀ ਆ, 10 ਸਾਲ ਦੇ ਵਿੱਚ ਕਦੇ ਵੀ ਬੰਦੀ ਸਿੰਘਾਂ ਦਾ ਨਾਂ ਨਹੀਂ ਲਿਆ ਅਕਾਲੀ ਦਲ ਨੇ। 24 ਘੰਟੇ ਹੈਲੀਕਾਪਟਰ ਯੂਜ਼ ਚੰਡੀਗੜ੍ਹ ਦਿੱਲੀ ਜਾਂਦਾ ਸੀ, ਕਦੇ ਨਾਂ ਨਹੀਂ ਲਿਆ। ਉਹ ਤਾਂ ਆਪਣੇ ਆਪ ਨੂੰ ਜਿਉਂਦਾ ਕਰਨਾ ਚਾਹੁੰਦੇ ਨੇ। ਉਹਨਾਂ ਨੇ ਸੋਚਿਆ ਵੀ ਆਪਾਂ ਜਿੰਦਾ ਕਿਵੇਂ ਹੋ ਸਕਦੇ ਹਾਂ। ਬੰਦੀ ਸਿੰਘਾਂ ਦੇ ਸਭ ਤੋਂ ਵੱਡੇ ਦੁਸ਼ਮਣ ਬੰਦੀ ਸਿੰਘਾਂ ਦੇ ਨਾਂ 'ਤੇ ਇਲੈਕਸ਼ਨ ਲੜ ਰਹੇ। ਅਗਰ ਉਹ ਬਾਹਰ ਨਹੀਂ ਨਾ ਨਿਕਲੇ ਬੰਦੀ ਸਿੰਘ, ਤੇ ਬਾਦਲਾਂ ਦੀ ਬਦੌਲਤ ਬਾਹਰ ਨਹੀਂ ਨਿਕਲੇ। ਬਾਦਲਸ ਨੈਵਰ ਵਾਂਟਡ them ਟੂ ਕਮ ਆਊਟ। ਅਗਰ ਬਾਦਲ ਚਾਹੁੰਦੇ ਹੁੰਦੇ ਤਾਂ ਅੱਜ ਤੋਂ 15 ਸਾਲ ਪਹਿਲਾਂ ਹੀ ਬਾਹਰ ਹੁੰਦੇ। ਮੈਨੂੰ ਇੱਕ ਖਾਸ ਇੰਸੀਡੈਂਟ ਯਾਦ ਹੈ, ਜਦੋਂ ਕਿ ਲਾਹੌਰੀਏ ਦੀ ਵਾਈਫ ਕਿਸੇ ਖਾਸ ਬੰਦੇ ਨੂੰ ਬਾਦਲ ਦੇ ਨੂੰ ਲੈ ਕੇ ਬਾਦਲ ਸਾਹਿਬ ਦੇ ਘਰ ਪਹੁੰਚੀ। ਹਾਂਜੀ, ਦਇਆ ਸਿੰਘ ਲਾਹੌਰੀਆ। ਤੇ ਉਹਦੀ ਵਾਈਫ ਨੇ ਜਾ ਕੇ ਉਹ ਕਹਿੰਦਾ ਇਹਨੂੰ ਕਿਉਂ ਮੇਰੇ ਕੋਲ ਲੈ ਕੇ ਆਇਆ? ਵੱਡੇ ਬਾਦਲ ਸਾਹਿਬ ਕਹਿੰਦਾ ਇਹਨੂੰ ਮੈਂ ਛਡਾਊਂਗਾ, ਇਹ ਤਾਂ ਮੈਨੂੰ ਮਾਰਨ ਵਾਸਤੇ ਲੱਗਿਆ ਹੋਇਆ ਸੀ। ਇਹ ਤਾਂ ਗੱਲ ਪੱਕੀ ਹੈ ਨਾ ਕਿ ਜਿੰਨੇ ਬੰਦੀ ਸਿੰਘ ਸੀ ਸਾਰੇ ਬਾਦਲਾਂ ਦੇ ਪਿੱਛੇ ਸੀਗੇ, ਤੇ ਬਾਦਲ ਉਹਨਾਂ ਨੂੰ ਕਿਉਂ ਛਡਾਉਣਗੇ? ਤੇ ਅੱਜ ਬਾਦਲ ਉਹਨਾਂ ਦੇ ਚੇਤੇ ਕਿਵੇਂ ਬਣ ਗਏ? ਨਹੀਂ, ਜੇਕਰ ਇਦਾਂ ਦੀ ਗੱਲ ਹੈ ਤਾਂ ਬਲਵੰਤ ਸਿੰਘ ਰਾਜੋਆਣੇ ਦੇ ਭੈਣ ਕਮਲਦੀਪ ਕੌਰ ਰਾਜੋਆਣਾ ਜਿਹੜੇ ਇਲੈਕਸ਼ਨ ਲੜ ਰਹੇ ਨੇ ਅਕਾਲੀ ਦਲ ਵੱਲੋਂ, ਜਦਕਿ 2014 ਦੇ ਵਿੱਚ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਆਪਣਾ ਇੱਕ ਕੈਂਡੀਡੇਟ ਦਿੱਤਾ ਸੀਗਾ ਪਟਿਆਲੇ ਤੋਂ ਜਦੋਂ ਉਹ ਇਲੈਕਸ਼ਨ ਲੜੇ ਸੀਗੇ, ਤੇ ਅੱਜ ਫਿਰ ਉਹ ਸਹਿਮਤੀ ਕਿਹੜੀ ਗੱਲ ਤੇ ਜਤਾਈ ਹੋ ਸਕਦੀ ਹੈ ਕਮਲਜੀਤ ਕੌਰ? ਇਹ ਤਾਂ ਦੇਖੋ ਜੀ, ਕਮਲਜੀਤ ਕੌਰ ਹੀ ਦੱਸ ਸਕਦੀ ਹੈ। ਜਾਂ ਤਾਂ ਮਿਸਗਾਈਡ ਹੋ ਗਈ ਹੈ, ਜਾਂ ਉਹ ਝੂਠੀ ਸ਼ੋਹਰਤ ਲੈਣਾ ਚਾਹੁੰਦੀ ਹੈ, ਝੂਠੀ ਫੇਮ ਲੈਣਾ ਚਾਹੁੰਦੀ ਹੈ, ਤੇ ਰਾਜੋਆਣੇ ਨੂੰ ਹੋਰ ਬਦਨਾਮ ਕਰਨਾ ਚਾਹੁੰਦੀ ਹੈ। ਮੈਨੂੰ ਤਾਂ ਲੱਗਦਾ ਨਹੀਂ ਕੋਈ ਵੋਟ ਜਿਹੜੀ ਉਹ ਹਾਸਲ ਕਰ ਸਕਣਗੇ। ਜੇ ਸਿਕਿਉਰਿਟੀ ਜ਼ਬਤ ਹੋਈ ਤਾਂ ਬਚਿਆ ਕੀ ਫਿਰ ਸਾਡਾ? ਕਿਉਂਕਿ ਆਫਟਰ ਆਲ ਰਾਜੋਆਣਾ ਵੀ ਸਾਡੇ ਬੰਦੀ ਸਿੰਘਾਂ 'ਚੋਂ ਇੱਕ ਹੈ ਨਾ, ਤੇ ਇਹਨੂੰ ਇਲੈਕਸ਼ਨ ਲੜਨੀ ਨਹੀਂ ਚਾਹੀਦੀ ਕੁੜੀ ਨੂੰ। ਮੈਂ ਕਹਿੰਦਾ ਅੱਜ ਵੀ ਵਿਡਰਾ ਕਰ ਜਾਵੇ। ਸ਼ੀ ਸ਼ੁੱਡ ਵਿਡਰਾ ਈਵਨ ਨਾਓ। ਉਹਨੂੰ ਵਿਡਰਾ ਕਰ ਜਾਣਾ ਚਾਹੀਦਾ। ਉਹ ਬਾਦਲਾਂ ਦੇ ਚੁੰਗਲ 'ਚ ਕਿਉਂ ਫਸ ਗਈ? ਉਹ ਇਸ ਕਰਕੇ ਫਸ ਗਈ ਕਿ ਰਾਜੋਆਣੇ ਨੂੰ ਉਹ ਕਹਿੰਦੇ ਅਸੀਂ ਫਾਂਸੀ ਨੂੰ ਨਹੀਂ ਹੋਣ ਦਿੱਤਾ, ਅਸੀਂ ਬਦਲੀ ਕਰਤਾ, ਰਾਤੋਂ ਰਾਤ ਅਸੀਂ ਪਤਾ ਨਹੀਂ ਕੀ ਉਹਨੂੰ ਮੈਡੀਕਲ ਕਰਾਰ ਦੇਤਾ, ਫਲਾਣਾ ਦੇਤਾ। ਉਹ ਅਹਿਸਾਨ ਦੇ ਥੱਲੇ ਅਕਾਲੀ ਦਲ ਕਹਿੰਦਾ ਕਿ ਡੈੱਡ ਵਾਰੰਟ ਜਦੋਂ ਕਿਸੇ ਦੇ ਜਾਰੀ ਹੋ ਜਾਣ ਤਾਂ ਉਹ ਵਾਪਸ ਨਹੀਂ ਜਾਂਦੇ, ਕਦੇ ਮੁੜਦੇ ਨਹੀਂ। ਅਕਾਲੀ ਦਲ ਦੀ ਬਦੌਲਤ ਜੇਕਰ ਰਾਜੋਆਣਾ ਦੀ ਫਾਂਸੀ ਰੁਕੀ ਆ ਤਾਂ ਅਕਾਲੀ ਦਲ ਦੀ ਬਦੌਲਤ ਰੁਕੀ। ਉਹ ਉਹਨੂੰ ਯੂਜ਼ ਕਰ ਰਿਹਾ, ਤੇ ਉਹ ਸਿਆਸਤ ਇਹਨਾਂ ਨੇ ਖੇਡੀ ਸੀ। ਉਹ ਸਿਆਸਤ ਚੱਲਣੀ ਨਹੀਂ। ਰਾਜੋਆਣਾ ਬਾਹਰ ਵੀ ਆਇਆ ਸੀ, ਅਕਾਲੀ ਦਲ ਦੀ ਤਾਰੀਫ ਕਰ ਗਿਆ। ਉਹ ਵੀ ਮਾੜੀ ਗੱਲ ਸੀ, ਉਹਨੂੰ ਨਹੀਂ ਸੀ ਕਰਨੀ ਚਾਹੀਦੀ। ਉਹਨੂੰ ਸਿੱਖ ਕੌਮ ਦੇ ਸਿੱਖ ਪੰਥ ਬਾਰੇ ਬੋਲਣਾ ਚਾਹੀਦਾ ਸੀ, ਨਾ ਕਿ ਬਾਦਲਾਂ ਦੀ ਤਾਰੀਫ ਬਾਰੇ ਜਾਂ ਅਕਾਲੀ ਦਲ ਦੀ ਤਾਰੀਫ ਬਾਰੇ। ਅਕਾਲੀ ਦਲ ਤਾਂ ਉਹ ਹੈ ਜਿਨ੍ਹਾਂ ਬਲੂ ਸਟਾਰ ਕਰਾਇਆ। ਅਕਾਲੀ ਦਲ ਤਾਂ ਉਹ ਜਿਨ੍ਹਾਂ ਨੇ ਮੁੰਡੇ ਮਰਵਾਏ। ਅਕਾਲੀ ਦਲ ਤਾਂ ਉਹ ਜਿੰਦਾ ਕਰਕੇ ਤੁਸੀਂ ਜੇਲ੍ਹਾਂ 'ਚ ਬੈਠੇ ਜੇ। ਉਸ ਅਕਾਲੀ ਦਲ ਦੀ ਅਸੀਂ ਕਿਵੇਂ ਤਾਰੀਫ ਕਰ ਸਕਦੇ ਹਾਂ? ਤੋ ਇਸ ਕਰਕੇ ਮੇਰੀ ਅੱਜ ਵੀ ਸਿੰਸੀਅਰ ਬੇਨਤੀ ਹੈ ਰਾਜੋਆਣਾ ਨੂੰ ਕਿ ਆਪਦੀ ਭੈਣ ਨੂੰ ਮੈਦਾਨ 'ਚੋਂ ਬਾਹਰ ਕੱਢ ਲਵੇ ਅੱਜ ਦੀ ਡੇਟ 'ਚ ਵੀ। ਸ਼ੀਸ਼ੋਟ ਉਹਨੂੰ ਲੜਨਾ ਨਹੀਂ ਚਾਹੀਦਾ। ਬਦਨਾਮੀ ਹੈ, ਬਹੁਤ ਵੱਡੀ ਕੌਮ ਦੀ ਬਦਨਾਮੀ ਹੈ, ਸਾਡੀ ਬਦਨਾਮੀ ਹੈ, ਸਾਰਿਆਂ ਦੀ ਬਦਨਾਮੀ ਹੈ।
ਸਿਮਰਜੀਤ ਸਿੰਘ ਮਾਨ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਵਿਧਾਨ ਸਭਾ ਇਲੈਕਸ਼ਨ ਲੜੇ ਸੀ ਅਮਰਗੜ੍ਹ ਤੋਂ ਉਹਨਾਂ ਦੇ ਹੱਕ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਫਿਲਮੀ ਜਗਤ ਦਾ ਮਸ਼ਹੂਰ ਚਿਹਰਾ ਜੇਕਰ ਗੱਲ ਕਰੀਏ ਦੀਪ ਸਿੱਧੂ, ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਕੰਪੇਨ ਕੀਤੀ ਤੇ ਇੱਕ ਸੜਕ ਹਾਦਸੇ ਦੇ ਵਿੱਚ ਜਾਂ ਕਰ ਲੋਕ ਕਹਿੰਦੇ ਕਿ ਉਹਨਾਂ ਦਾ ਕਤਲ ਹੋਇਆ ਹੈ, ਅਜੇ ਤੱਕ ਫਾਈਨਲ ਨਹੀਂ ਹੋਈ ਕਿ ਕਤਲ ਹੈ ਜਾਂ ਵਾਕਈ ਸੜਕ ਹਾਦਸਾ ਹੈ, ਉਹਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਹੜ੍ਹ ਆ ਜਾਂਦਾ ਹੈ ਅਮਰਗੜ੍ਹ ਹਲਕੇ ਦੇ ਵਿੱਚ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਲੋਕ ਉਤਰਦੇ ਆ, ਪ੍ਰਚਾਰ ਕਰਦੇ ਆ, ਪਰ ਫਿਰ ਵੀ ਸਿਮਰਜੀਤ ਸਿੰਘ ਮਾਨ ਉੱਥੋਂ ਅਮਰਗੜ੍ਹ ਹਲਕੇ ਤੋਂ ਹਾਰ ਜਾਂਦੇ ਆ। ਅੱਜ ਉਹੀ ਦੀਪ ਸਿੱਧੂ ਦੀ ਜਥੇਬੰਦੀ ਵਾਰਸ ਪੰਜਾਬ ਦੇ ਜਿਹੜਾ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਫਿਰ ਖੜੀ ਹੈ, ਪ੍ਰਚਾਰ ਕਰ ਰਹੇ ਹੈ ਵਾਰਸ ਪੰਜਾਬ ਦੀ ਜਥੇਬੰਦੀ। ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਅਸਰ ਹੋਊਗਾ? ਜਿੱਥੋਂ ਤੱਕ ਦੀਪ ਸਿੱਧੂ ਦਾ ਸਵਾਲ ਹੈ, ਮੈਂ ਉਹਦੇ ਭਰਾ ਨੂੰ ਸੁਣਿਆ ਉੱਥੇ ਬਹਿ ਕੇ, ਜਿੱਥੇ ਐਕਸੀਡੈਂਟ ਹੋਇਆ ਸੀ ਉੱਥੇ ਬਹਿ ਕੇ ਕਿ ਇਹ ਐਕਸੀਡੈਂਟ ਹੈ, ਇਹ ਕਿਸੇ ਦੀ ਕੋਈ ਸ਼ਰਾਰਤ ਨਹੀਂ ਹੈਗੀ। ਲੇਕਿਨ ਮੈਨੂੰ ਵੀ ਇਹ ਲੱਗਦਾ, ਦੇਖੋ ਮੇਰੀ ਮਤ ਹੋਰ ਹੋ ਸਕਦੀ ਹੈ, ਲੋਕਾਂ ਦੀ ਹੋਰ ਹੋ ਸਕਦੀ ਹੈ, ਮੈਨੂੰ ਵੀ ਉਹ ਐਕਸੀਡੈਂਟ ਨਜ਼ਰ ਆਉਂਦਾ। ਕਿਉਂਕਿ ਜਿਵੇਂ ਰੀਨਾ ਰਾਏ ਕਹਿ ਰਹੀ ਹੈ ਕਿ ਮੈਂ ਸੁੱਤੀ ਪਈ ਸੀ ਤੇ ਜਦੋਂ ਟੋਲ ਵੀ ਆਇਆ ਤਾਂ ਮੈਂ ਤਾਂ ਸੁੱਤੀ ਪਈ, ਕਿਉਂਕਿ ਮੈਂ ਅਮਰੀਕਾ ਤੋਂ ਆਈ, ਮੈਂ ਥੱਕੀ ਹੋਈ ਸੀ, ਰਾਤ ਨੂੰ ਵੈਲੈਂਟਾਈਨ ਡੇ ਮਨਾਉਂਦੇ ਰਹੇ, ਸਵੇਰੇ ਅਸੀਂ ਤੁਰ ਪਏ ਤੇ ਮੈਨੂੰ ਨੀਂਦ ਆਈ ਸੀ, ਮੈਂ ਸੌਂ ਗਈ। ਤੋ ਗੱਡੀ ਵੀ ਓਵਰ ਡਰਾਈਵ ਸੀ ਤੇ ਮਾਰਿਆ ਵੀ ਪਿੱਛੋਂ ਹੈ, ਤੇ ਉਹਨੂੰ ਅਸੀਂ ਮਰਡਰ ਕਿਵੇਂ ਕਹਿ ਸਕਦੇ ਹਾਂ? ਹੁਣ ਤੁਸੀਂ ਹਰ ਗੱਲ ਨੂੰ ਪੰਥ ਨਾਲ ਲਾ ਕੇ ਤੁਰ ਪਓ, ਹਰ ਗੱਲ ਨੂੰ ਤੁਸੀਂ ਪੰਥ ਨਾਲ ਲਾ ਕੇ ਤੁਰ ਪਓ, ਤਾਂ ਫਿਰ ਪੰਥ ਜਾਊ ਕਿੱਥੇ? ਤੁਸੀਂ ਸੱਚ ਦੇ ਉੱਤੇ ਨਹੀਂ ਖੜੇ ਹੁੰਦੇ, ਤੁਸੀਂ ਆਪ ਹੀ ਝੂਠ ਦੇ ਪਲੰਦੇ ਖੜੇ ਕਰਨਾ ਚਾਹੁੰਦੇ ਜੇ। ਤੋ ਇਸ ਕਰਕੇ ਦੀਪ ਸਿੱਧੂ ਦਾ ਟੈਂਪਰੇਰੀ ਇਫੈਕਟ ਜਿਹੜਾ ਪੈਣਾ ਸੀ ਪੈ ਗਿਆ, ਬਾਕੀ ਹੁਣ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ ਕਿ ਇਟ ਵਾਜ਼ ਅ ਸ਼ੇਅਰ ਐਕਸੀਡੈਂਟ, ਓਵਰ ਡਰਾਈਵ, ਓਵਰ ਸਪੀਡਿੰਗ ਗੱਡੀ ਸੀ, ਅੱਗੇ ਟਰਾਲਾ ਰਾਤ ਦੇ ਹਨੇਰੇ 'ਚ ਉਹਨੂੰ ਨਜ਼ਰ ਨਹੀਂ ਆਇਆ। ਔਰ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਗੱਡੀ ਹੈ ਨਾ, ਬਲੈਰੋ ਹੋ ਗਈ ਜਾਂ ਸਕਾਰਪੀਓ ਹੋ ਗਈ, ਇਹ ਜਦੋਂ ਤੁਸੀਂ 120 ਤੇ ਚੱਲਦੇ ਜੇ ਨਾ 125-30 ਦੇ, ਤੇ ਇਹਦੀ ਬ੍ਰੇਕ ਬਰੂਕ ਕੋਈ ਨਹੀਂ ਲੱਗਦੀ, 200 ਮੀਟਰ ਜਾ ਕੇ ਖੜੀ ਹੁੰਦੀ ਜੇ। ਮੈਂ ਖੁਦ ਇੱਕ ਵਾਰੀ, ਮੈਨੂੰ ਪਤਾ, ਮੈਂ ਮਾਰਿਆ ਸੀ 100 ਮੀਟਰ ਤੋਂ ਮੈਂ ਬ੍ਰੇਕ ਲਾਈ, ਮੈਂ 100 ਕਿਲੋਮੀਟਰ 'ਤੇ ਸੀ, ਪੂਰੀ ਜੋੜ ਕੇ ਲਾਈ ਤੇ ਚਾਂ 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 ਕਰਕੇ ਮੋਟਰਸਾਈਕਲ ਦੇ ਵਿੱਚ ਵੱਜੀ ਤੇ ਉਹਦੀ ਲੱਤ ਤੋੜਤੀ ਬੰਦੇ ਦੀ। ਇਹ ਗੱਡੀਆਂ ਓਵਰ ਸਪੀਡਿੰਗ ਵਾਸਤੇ ਨਹੀਂ ਹੈਗੀਆਂ, ਓਵਰ ਸਪੀਡਿੰਗ ਵਾਸਤੇ ਵੱਡੀਆਂ ਗੱਡੀਆਂ, ਫਾਰਚੂਨਰ ਹੋ ਗਈ, ਇਨੋਵਾ ਹੋ ਗਈ, ਜਿਹੜੀਆਂ ਔਨ ਦਾ ਸਪੌਟ 20 ਮੀਟਰ ਦੇ ਵਿੱਚ ਬ੍ਰੇਕ ਲਾਓ ਤੇ ਖੜੀਆਂ ਹੁੰਦੀਆਂ, ਜਾਂ ਬ੍ਰੇਕ ਦਾ ਅਸਰ ਪੈਂਦਾ। ਤੋ ਇਸ ਕਰਕੇ ਉਹ ਓਵਰ ਸਪੀਡ ਸੀਗੀ, ਓਵਰ ਸਪੀਡਿੰਗ ਨਾਲ ਐਕਸੀਡੈਂਟ ਹੋ ਗਿਆ। ਠੀਕ ਹੈ, ਹੋਣਹਾਰ ਮੁੰਡਾ ਸੀ, ਅੱਛਾ ਚੱਲ ਰਿਹਾ ਸੀਗਾ, ਤੇ ਜੇ ਉਹਦੇ ਅੰਬੀਸ਼ਨ ਵੀ ਸੀਗੇ, ਸਾਰਾ ਉਹ ਐਕਟਿੰਗ ਦਾ ਆਪਣਾ ਬਹੁਤ ਵਧੀਆ ਜੁਗਾੜ ਛੱਡ ਕੇ ਜਿਹੜਾ ਪੰਜਾਬ 'ਚ ਆਇਆ। ਤੇ ਇੱਕ ਗੱਲ ਮੈਂ ਕਹਿਣੀ ਬਿਲਕੁਲ ਨਹੀਂ ਭੁੱਲਾਂਗਾ ਕਿ ਜੇ ਕਿਤੇ ਪੱਗ ਬੰਨੀ ਹੁੰਦੀ ਨਾ ਤੇ ਡੈਥ ਨਹੀਂ ਸੀ ਹੋਣੀ, ਇੱਥੇ ਹੀ ਵੱਜੀ ਸਿਰ 'ਚ ਸੱਟ, ਹੋਰ ਕਿਤੇ 'ਚ ਰੀਠ ਨਹੀਂ ਆਈ। ਅੱਗੇ ਪਿੱਛੇ 24 ਘੰਟੇ ਪੱਗ ਬੰਨੀ ਹੁੰਦੀ ਸੀ, ਜੇ ਦੀਪ ਸਿੰਘ ਤੂੰ ਉੱਧਰ ਪੱਗ ਬੰਦੀ ਹੁੰਦੀ ਨਾ ਤੇ ਤੂੰ ਵੱਜ ਜਾਣਾ ਸੀ। ਮਾਨ ਸਾਹਿਬ ਨੇ ਤਾਂ ਆਪਣੀ ਇੰਟਰਵਿਊ ਦੇ ਵਿੱਚ ਇੱਕ 'ਚ ਇਹ ਵੀ ਕਿਹਾ ਸੀ ਕਿ ਮੱਥੇ ਤੇ ਗੋਲੀ ਮਾਰੀ ਹੋਈ ਆ ਦੀਪ ਸਿੱਧੂ। ਨਾ ਹੁਣ ਮਾਨ ਸਾਹਿਬ ਤਾਂ ਕਹਿੰਦੇ ਜੀ ਸੰਤ ਭਿੰਡਰਾਲੇ ਨੂੰ 73 ਗੋਲੀਆਂ ਵੱਜੀਆਂ, ਇਹਨਾਂ ਕੋਈ ਪੋਸਟਮਾਰਟਮ ਦੇਖਿਆ ਤੁਸੀਂ? ਉਹਨਾਂ ਨੂੰ ਇੱਧਰ ਇੱਕ ਬਸਟ ਵੱਜਿਆ ਸੀ ਇੱਕ ਸਾਈਡ ਤੇ ਉਹ ਡਿੱਗੇ ਪਏ ਸੀਗੇ, ਦਰਸ਼ਨੀ ਦਿਓੜੀ ਤੇ ਨਿਸ਼ਾਨ ਸਾਹਿਬਾਂ ਦੇ ਵਿਚਕਾਰ ਡਿੱਗੇ ਪਏ ਸੀ। ਮੈਂ ਸਾਰੀਆਂ ਫੋਟੋਗ੍ਰਾਫਸ ਮੇਰੇ ਕੋਲ ਸੀਗੀਆਂ ਓਰੀਜਨਲ, ਮੈਂ ਅਮਰਿੰਦਰ ਸਿੰਘ ਨੂੰ ਦਿੱਤੀਆਂ ਬਲੂ ਸਟਾਰ ਤੋਂ ਬਾਅਦ 15 ਦਿਨ ਬਾਅਦ। ਮੇਰੇ ਕੋਲ 40 ਫੋਟੋਗ੍ਰਾਫ ਸੀਗੀਆਂ। ਸ਼ਵੇਕ ਸਿੰਘ ਜਨਰਲ ਦੀ ਵੀ ਮੇਰੇ ਕੋਲ ਫੋਟੋ ਸੀਗੀ, ਕਸ਼ਹਿਰਾ ਪਾਇਆ, ਨੰਗੇ ਸਿਰ, ਨੰਗੇ ਬਾਲ ਖਿਲਰੇ ਹੋਏ ਨੇ, ਰੱਤਾਂ ਦੇ ਏਡੇ ਮੋਟੇ ਰੱਸੇ ਬੰਨੇ ਹੋਏ ਨੇ, 20 ਮੀਟਰ ਰੱਸੇ ਖਿੱਚ ਕੇ ਲਿਆ ਕੇ ਦਰਸ਼ਨ ਦਿਓੜੀ ਅੱਗੇ ਸੱਟਿਆ ਹੋਇਆ। ਉਹ ਸਾਰੀਆਂ ਫੋਟੋਆਂ ਮੇਰੇ ਕੋਲ ਸੀਗੀਆਂ। ਤੋ ਉਹ ਸੰਤਾਂ ਨੂੰ 73 ਗੋਲੀਆਂ ਲੱਗੀਆਂ। ਇਹ ਤਾਂ ਹੁਣ ਐਵੇਂ ਐਕਸਾਈਟਮੈਂਟ ਲੋਕਾਂ 'ਚ ਕਰਾਉਣੀ, ਫਲਾਣਾ ਢਿੰਗੜਾ ਕਰਾਉਣਾ, ਇਹ ਕੰਮ ਨਹੀਂ ਹੋਣੇ ਚਾਹੀਦੇ, ਕਿਉਂਕਿ ਸਾਡੀ ਅਸਲੀਅਤ, ਸਾਡੇ ਕੌਮ ਦਾ ਇਤਿਹਾਸ ਹੈ, ਅਸੀਂ ਇਹ ਇਤਿਹਾਸ ਲਿਖਿਆ ਜਾਣਾ ਹੈ। ਕੱਲ੍ਹ ਨੂੰ ਕਿ 73 ਗੋਲੀਆਂ ਵਾਲਾ ਇਤਿਹਾਸ ਲਿਖਿਆ ਜਾਊਗਾ? ਜਦੋਂ 5 ਗੋਲੀਆਂ ਵੱਜਦੀਆਂ ਸਨ ਉਦੋਂ ਨਾ ਡਿੱਗ ਪੈਂਦੇ। ਹਾਂਜੀ, ਤਾਂ ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਸਾਡੇ ਇਤਿਹਾਸ ਨੂੰ ਮਿਥਿਹਾਸ 'ਚ ਬਣਾਇਆ ਜਾ ਰਿਹਾ, ਇਹ ਨਹੀਂ ਹੋਣਾ ਚਾਹੀਦਾ। ਅਸਲੀਅਤ ਜੋ ਹੋਣੀ ਚਾਹੀਦੀ। ਪੋਸਟਮਾਰਟਮ ਦੀ ਕਾਪੀ ਮੈਨੂੰ ਤੀਜੇ ਦਿਨ ਹੀ ਮਿਲ ਗਈ ਸੀ। ਪੋਸਟਮਾਰਟਮ ਦੀ ਕਾਪੀ ਮੈਂ ਲਿਆ ਕੇ ਤੇ ਦਿੱਤੀ ਭਰਾਵਾਂ ਭਤੀਜਿਆਂ ਨੂੰ, ਸੰਤਾਂ ਨੂੰ, ਮੰਨਦੇ ਹੀ ਨਹੀਂ, ਕਹਿੰਦੇ ਨਹੀਂ ਇਹੋ ਜਿਹਾ ਤਾਂ ਇੱਕ ਹੋਰ ਬੰਦਾ ਸੀ, ਇਹੋ ਜਿਹਾ ਤਾਂ ਇੱਕ ਹੋਰ ਬੰਦਾ ਸੀ। ਲੋਕ ਅੱਜ ਤੱਕ ਕਹਿੰਦੇ ਰਹੇ ਨੇ ਕਿ ਸੰਤ ਜਿੰਦਾ ਨੇ, ਵਾਪਸ ਆਉਣਗੇ, ਉਹ ਕੋਈ ਸਮਾਂ ਆਏਗਾ ਵਾਪਸ ਆਉਣਗੇ। ਇਤਿਹਾਸ ਨੂੰ ਮਿਥਿਹਾਸ ਬਣਾਉਣ ਦੀ ਤੁਸੀਂ ਗੱਲ ਕਰ ਰਹੇ ਹੋ। ਸਿਮਰਜੀਤ ਸਿੰਘ ਮਾਨ ਪੰਥਕ ਲੀਡਰ ਨੇ, ਪੰਥਕ ਲੀਡਰ ਕਹਾਉਂਦੇ ਨੇ ਆਪਣੇ ਆਪ ਨੂੰ। ਤੁਸੀਂ ਵੀ ਕਿਹਾ ਹੈ ਕਿ ਬਾਗਡੋਰ ਸਹੀ ਢੰਗ ਨਾਲ ਸਾਂਭ ਸਕਦੇ ਆ ਜੇਕਰ ਉਹ ਜਿੱਤਦੇ ਆ। ਪੰਥ ਦੀ ਪ੍ਰੀਖਿਆ ਇਸ ਸਮੇਂ। ਪਰ
ਜੇਕਰ ਪੰਥਕ ਲੀਡਰ ਹੀ ਇਤਿਹਾਸ ਨੂੰ ਮਿਥਿਹਾਸ ਬਣਾ ਰਿਹਾ, ਇਹਦੇ ਪਿੱਛੇ ਕਾਰਨ ਕੀ ਹੈ, ਕਿਉਂ ਇਹ ਗੱਲਾਂ ਹੁੰਦੀਆਂ? ਮੈਂ ਉਹੀ ਕਹਿ ਰਿਹਾ ਨਾ ਜੀ, ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜੋ ਆਲਾ ਦੁਆਲਾ ਤੋਂ ਉਹਨਾਂ ਨੂੰ ਖਬਰ ਮਿਲਦੀ ਉਹ ਅੱਗੇ ਬੋਲ ਦਿੰਦੇ ਆ। ਐਡੇ ਵੱਡੇ ਆਫੀਸਰ ਰਹਿ ਚੁੱਕੇ, ਇੰਨਾ ਤਜਰਬਾ ਰੱਖਣ ਵਾਲੇ ਜ਼ਿੰਦਗੀ ਦੇ ਵਿੱਚ ਹੈ ਕਿ ਜੇ ਮੈਂ ਲੋਕਾਂ ਨੂੰ ਭਾਵੁਕ ਕਰ ਦਿਆਂਗਾ ਸ਼ਾਇਦ ਮੈਨੂੰ ਵੋਟਾਂ ਹੜਾਂ 'ਚ ਆ ਜਾਣਗੀਆਂ। ਮਾਨ ਸਾਹਿਬ ਐ ਨਹੀਂ ਵੋਟਾਂ ਪੈਂਦੀਆਂ। ਮੈਂ ਤੁਹਾਨੂੰ ਮੈਂ ਦੱਸਿਆ ਕਿ ਜੋ ਲੋਕ ਚਾਹੁੰਦੇ ਨੇ ਨਾ ਉਹ ਬੋਲੋ, ਪਹਿਲਾਂ ਪਤਾ ਕਰੋ ਆਪਣੇ ਜਸੂਸ ਭੇਜ ਕੇ ਕਿ ਮੈਂ ਫਲਾਣੇ ਲੋਕ ਚਾਹੁੰਦੇ ਕੀ ਨੇ ਬਈ, ਫਿਰ ਤੁਸੀਂ ਜਾ ਕੇ ਨਾ ਉਹਨਾਂ ਦੀ ਉਹ ਬੋਲੀ ਬੋਲੋ। ਪਿੰਡ 'ਚ ਕੀ ਪ੍ਰੋਬਲਮ ਹੈ, ਮੋਗਾ ਨਹੀਂ ਹੈਗਾ, ਪਾਣੀ ਨਹੀਂ ਹੈਗਾ, ਢਿੰਗੜਾ ਨਹੀਂ ਹੈਗਾ, ਉਹ ਜਾ ਕੇ ਬੋਲੋ ਕਿ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ, ਹੱਲ ਕਰੂੰਗਾ। ਫਿਰ ਲੋਕੀ ਤੁਹਾਡੇ ਨਾਲ ਚੱਲਣਗੇ, ਅਗਲੇ ਕਹਿੰਦੇ ਯਾਰ ਇਹਨੂੰ ਸਾਡੀਆਂ ਪ੍ਰੋਬਲਮ ਪਹਿਲਾਂ ਹੀ ਪਤਾ ਨੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਜ਼ਿਆਦਾ ਦੇਰ ਕਾਊਂਟ ਨਹੀਂ ਕਰਦੀਆਂ। ਇਸ ਕਰਕੇ ਔਨ ਗਰਾਊਂਡ ਆ ਜਾਓ, ਰਿਐਲਿਟੀ 'ਚ ਆ ਜਾਓ। ਤੁਸੀਂ ਹੁਣ ਪੰਥ ਦੇ ਲੀਡਰ, ਇੱਕ ਵਾਰ ਤਾਂ ਪੰਥਕ ਲੀਡਰ ਤੁਹਾਨੂੰ ਐਸਟੈਬਲਿਸ਼ ਹੁਣ ਲੋਕਾਂ ਨੇ ਕਰ ਹੀ ਦੇਣਾ। ਲੇਕਿਨ ਜੇ ਤੁਸੀਂ 2004, 14, 24 ਤੱਕ ਨਾ ਸੰਭਲੇ, ਦੁਬਾਰਾ ਜ਼ੀਰੋ ਹੋ ਗਏ ਤੇ ਦੁਬਾਰਾ ਬਾਦਲ ਆ ਗਏ, ਫਿਰ ਪੰਥ ਦਾ ਬਚਣਾ ਕੁਝ ਨਹੀਂ, ਉਹ ਅਸੀਂ ਹੋਣ ਨਹੀਂ ਦੇਣਾ। ਯਾਨੀ ਕਿ ਤੁਸੀਂ ਸ਼ੋਰ ਹੋ ਵੀ ਹੁਣ ਜਿੱਤਣਗੇ ਮਾਨ ਸਾਹਿਬ? ਨਹੀਂ, ਜਿੱਤਣ ਨਾ ਜਿੱਤਣ ਭਾਵੇਂ ਉਹ ਤੀਜੇ ਨੰਬਰ ਤੇ ਆਉਣ, ਭਾਵੇਂ ਉਹ ਬਾਦਲ ਨੂੰ ਡੈਸੀਮੇਟ ਕਰ ਦੇਣਗੇ ਜੀ। ਸਾਨੂੰ ਸਿੱਖ ਲੀਡਰਸ਼ਿਪ ਨਾਲ ਮਤਲਬ, ਸਾਨੂੰ ਸਿੱਖ ਵੋਟ ਨਾਲ, ਸਿੱਖਾਂ ਨਾਲ ਮਤਲਬ ਹੈ। ਸਾਨੂੰ ਜਿਮਨੀ ਚੋਣ ਜਿੱਤਣਾ ਹਾਰਨ ਨਾਲ ਕੋਈ ਮਤਲਬ। ਮੈਂ ਤਾਂ ਕਹਿੰਦਾ ਜਿੱਤੇਗਾ ਤਾਂ ਭਗਵੰਤ ਮਾਨ ਜਿਹਦੇ 9 MLA ਨੇ ਉੱਥੇ, ਕਿੰਨੀ ਵੋਟ ਤੁਸੀਂ ਉਹਨਾਂ ਦੀ ਕੱਟ ਲੋਗੇ? ਕਿੰਨੀ ਵੋਟ ਕੱਟ ਲੋਗੇ? 20,000 ਹਲਕੇ 'ਚੋਂ ਕੱਟ ਲੋਗੇ ਜੀ, 2 ਲੱਖ ਵੋਟ ਕੱਟ ਲੋਗੇ। ਬਿਲਕੁਲ ਤਾਂ ਨਹੀਂ ਯਾਰ, ਜ਼ੀਰੋ ਹੋ ਗਿਆ ਭਗਵੰਤ ਮਾਨ। ਆਫਟਰ ਆਲ ਦਿਨ ਰਾਤ ਕੰਮ ਕਰ ਲਿਆ ਜਿੰਨਾ, ਭਾਵੇਂ ਉਹ ਇਕੱਲਾ ਹੀ ਹੈ, ਉਹਦੇ ਪਿੱਛੇ ਕੋਈ ਬੈਕਗਰਾਉਂਡ ਨਹੀਂ ਹੈਗੀ, ਉਹਦੇ ਨਾਲ ਕੋਈ ਅੱਛੀ ਟੀਮ ਨਹੀਂ ਹੈਗੀ। ਮੈਂ ਅੱਜ ਵੀ ਕਹਿੰਦਾ ਕੋਈ ਅੱਛੀ ਟੀਮ ਭਗਵੰਤ ਮਾਨ ਨਾਲ ਨਹੀਂ ਹੈਗੀ। ਲੇਕਿਨ ਉਹ ਜਿੰਨੇ ਜੋਗਾ ਹੈਗਾ ਕਰ ਰਿਹਾ ਹੈ, ਲੱਗਿਆ ਹੋਇਆ ਹੈ, ਅਤੇ ਉਹਨੂੰ ਟਾਈਮ ਦੇਣਾ ਚਾਹੀਦਾ 6 ਮਹੀਨੇ 8 ਮਹੀਨੇ। ਤਾਂ ਇਹ ਨਹੀਂ ਕਿ ਮੈਂ ਨਹੀਂ ਜਿਤਾ ਰਿਹਾ। ਮੈਨੂੰ ਤਾਂ ਇਹ ਵੀ ਜੇ ਅਸੀਂ ਭਾਵੇਂ ਤੀਜੇ ਨੰਬਰ 'ਤੇ ਆ ਜਾਈਏ, ਜੇ ਅਸੀਂ ਬਾਦਲਾਂ ਦੀ ਸਿਕਿਉਰਿਟੀ ਜ਼ਬਤ ਕਰਾ ਦਿੰਦੇ ਹਾਂ ਤੇ ਫਿਰ ਸਿੱਖ ਲੀਡਰਸ਼ਿਪ ਤਾਂ ਮਰਜ ਹੋਣੀ ਹੈ ਨਾ। ਫਿਰ ਕੌਣ ਮਰਜ ਹੋਊ? ਤੁਸੀਂ ਕਿਹਾ ਅਸੀਂ ਭਾਵੇਂ ਤੀਜੇ ਨੰਬਰ 'ਤੇ ਆ ਜਾਈਏ, ਜਾਣੀ ਕਿ ਹੁਣ ਤੁਸੀਂ ਸਿਮਰਜੀਤ ਸਿੰਘ ਮਾਨ ਦਾ ਤੁਹਾਨੂੰ ਫੋਨ ਆਇਆ ਤੇ ਜਾਓਗੇ ਤੁਸੀਂ ਮੈਦਾਨ ਦੇ ਵਿੱਚ, ਕਰੋਗੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ? ਮੈਂ ਆ ਵੀ ਤਾਂ ਪ੍ਰਚਾਰ ਹੀ ਹੈ ਜਿਹੜਾ ਮੈਂ ਕਰ ਰਿਹਾ। ਲੇਕਿਨ ਮੈਂ ਮੈਦਾਨ ਗਰਾਊਂਡ 'ਤੇ ਜਾ ਕੇ ਨਹੀਂ ਮੈਂ ਜਾਊਂਗਾ, ਕਿਉਂਕਿ ਇੱਕ ਤਾਂ ਮੇਰੀ ਸਿਹਤ ਨਹੀਂ ਅਲਾਓ ਕਰਦੀ। ਦੂਜਾ ਜਿਹੜਾ ਅਸੀਂ ਕਹਿ ਰਹੇ ਹਾਂ ਨਾ, ਮੈਂ ਸਾਰੇ ਪੰਥ ਵਾਸਤੇ ਕਹਿ ਰਿਹਾ। ਅਸੀਂ ਮੀਨ ਸਾਰਾ ਪੰਥ, ਕਿ ਅਸੀਂ ਮਸਾਂ ਬਾਦਲ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਗਲੋਂ ਲਾਏ ਹੈ, ਅਸੀਂ ਉਹ ਦੁਬਾਰਾ ਗੱਲ 'ਚ ਨਹੀਂ ਪੈਣ ਦੇਣੇ। ਮੈਨੂੰ ਕੋਈ ਮਾਨ ਤੋਂ ਅਹੁਦਾ ਨਹੀਂ ਚਾਹੀਦਾ, ਮੈਨੂੰ ਕੋਈ MLA ਦੀ ਸੀਟ ਨਹੀਂ ਚਾਹੀਦੀ, ਮੈਨੂੰ ਕੋਈ MP ਦੀ ਸੀਟ ਨਹੀਂ ਚਾਹੀਦੀ, ਮੇਰੀ ਸਿਹਤ ਵੀ ਅਲਾਓ ਨਹੀਂ ਕਰਦੀ। ਜੋ ਵੀ ਸਿੱਖ ਜਿੰਨੀ ਵੀ ਸੇਵਾ ਕਰਦਾ, ਭਾਵੇਂ ਉਹ ਘਰ ਬਹਿ ਕੇ ਕਰ ਸਕਦਾ, ਉਹ ਸੇਵਾ ਕਰੇ। ਅਤੇ ਫਿਰ ਮਾਨ ਨੂੰ ਸਿੱਧੇ ਰਾਹ ਤਾਂ ਲਿਆਉਣਾ ਹੀ ਪਊਗਾ। ਮੇਰੀ ਇਹ ਮਨਸ਼ਾ ਹੈ ਕਿ ਇੱਕ ਵਾਰੀ ਦੁਬਾਰਾ ਮਰਜ ਹੋਏ ਤੇ ਇਹਦੇ ਨਾਲ ਕੋਈ ਅੱਛੇ ਬੰਦੇ ਲਾ ਕੇ, ਜੋ 89 ਦੇਖੋ ਜੀ, ਇਹਦੇ ਕਸੂਰ ਵੱਡਾ ਕੀ ਸੀ 89 90, ਇਹ ਕਿਸੇ ਦੀ ਗੱਲ ਹੀ ਨਹੀਂ ਸੀ ਸੁਣਦਾ, ਕਿਸੇ ਦੀ ਗੱਲ ਨਹੀਂ ਸੀ ਸੁਣਦਾ। ਇਹਦੇ ਫਾਦਰ ਨੇ ਮੈਨੂੰ ਆਪਣਾ ਬੇਟਾ ਅਡੋਪਟ ਕੀਤਾ ਹੋਇਆ ਸੀ। 24 ਘੰਟੇ ਮੈਂ ਤੇ ਬਾਪੂ ਇਕੱਠੇ ਰਹਿੰਦੇ ਸੀ। ਇਹ ਬਾਪੂ ਦੀ ਗੱਲ ਨਹੀਂ ਸੀ ਸੁਣਦਾ, ਜਿਹਨੇ ਇੰਨੀਆਂ ਵੱਡੀਆਂ ਸਪੀਕਰ ਰਹੇ, ਇਹ ਹੰਡਾਇਆ ਉਹ ਹੰਡਾਇਆ, ਉਹਨਾਂ ਦੀ ਗੱਲ ਨਹੀਂ ਸੀ ਸੁਣਦਾ, ਹੱਥ ਛਡਾ ਕੇ ਭੱਜ ਜਾਂਦਾ ਸੀ। ਇਹ ਆਪ ਉਧਰਾ ਸੀਗਾ, 3-4 ਬੰਦੇ ਜਿਹੜੇ ਇਹਦੇ ਨਾਲ ਕਿਤੇ ਸੀ, ਉਹਨਾਂ ਦੀ ਗੱਲ ਸੁਣਦਾ ਸੀ, ਤਾਂ ਹੀ ਤਾਂ ਮਾਰ ਖਾ ਗਏ ਸੀ। ਉਹਦਾ ਕਾਰਨ ਕਿਤੇ ਉਹ ਪੁਲਿਸ ਵਾਲਿਆਂ ਦਾ ਐਟੀਟਿਊਡ ਤਾਂ ਨਹੀਂ ਸੀਗਾ? ਉਦੋਂ ਤਾਂ ਸੀਗਾ, ਉਦੋਂ ਤਾਂ ਪੱਕਾ ਹੀ ਪੁਲਿਸ ਵਾਲਾ ਐਟੀਟਿਊਡ ਸੀਗਾ। ਤੇ ਹੁਣ ਤਾਂ ਨਿਕਲਣਾ ਚਾਹੀਦਾ ਯਾਰ। 30-32 ਸਾਲ ਹੋ ਗਏ ਧੱਕੇ ਖਾਂਦਿਆਂ ਨੂੰ। 32 ਸਾਲ ਧੱਕੇ ਖਾ ਕੇ ਜੇ ਤੁਸੀਂ ਸੁਲਝ ਕੇ ਹੁਣ ਵੀ ਪੰਥ ਦੀ ਵਾਗਡੋਰ ਨਹੀਂ ਫੜੋਗੇ ਤੇ ਫਿਰ ਪੰਥ ਦਾ ਵਾਰਿਸ ਕੌਣ ਬਣੇਗਾ? ਫਿਰ ਵਾਪਸ ਸੁਖਬੀਰ ਬਾਦਲ ਦੇ ਹਵਾਲੇ ਦੇਣਾ ਸਭ ਕੁਝ। ਮਾਨ ਸਾਹਿਬ ਨੂੰ ਬਿਲਕੁਲ ਬਹਿ ਕੇ, ਇਕੱਲੇ ਬਹਿ ਕੇ ਸੋਚਣਾ ਪਊਗਾ ਕਿ ਮੈਂ ਕਿੱਥੋਂ ਤੁਰਿਆ ਸੀ, ਮੈਂ ਕਿੱਧਰ ਨੂੰ ਗਿਆ, ਕਿਵੇਂ ਮੇਰੇ ਨਾਲ ਹੋਇਆ, ਕਿਤੇ ਮੈਂ ਮਾਰ ਖਾਧੀ, ਕਿਉਂ ਖਾਧੀ। ਐਵੇਂ ਖਾਲਿਸਤਾਨ ਦੇ ਨਾਅਰੇ ਮਾਰ ਕੇ ਸੜਕਾਂ 'ਤੇ ਲੇਟ ਜਾਣਾ, ਉੱਥੇ ਆਪਣਾ ਘੱਗਰ ਦੇ ਦਰਿਆ 'ਤੇ, ਇਹ ਕੋਈ ਪੋਲੀਟਿਕਸ ਨਹੀਂ ਹੈਗੀ। ਇਹ ਕੋਈ ਪੋਲੀਟਿਕਸ ਨਹੀਂ ਹੈ। ਲੋਕੀ ਕਿਸਾਨ ਤਾਂ ਜਾ ਰਹੇ ਆਪਦੀਆਂ ਮੰਗਾਂ ਮਨਾਉਣ 3 ਕਾਨੂੰਨਾਂ ਵਾਸਤੇ, ਤੇ ਤੁਸੀਂ ਉੱਥੇ ਖਾਲਿਸਤਾਨ ਉੱਥੇ ਲਾ ਰਹੇ ਜੇ, ਰੋਲ ਕਰ ਰਹੇ ਜੇ ਸੜਕ ਦੇ ਉੱਤੇ। ਇਜ਼ ਦਿਸ ਅ ਪੋਲੀਟਿਕਸ? ਤੁਸੀਂ ਕਹੋ ਜੀ ਕਿਸਾਨੀ ਮੁੱਦੇ ਔਰ ਉਹਨਾਂ ਦੇ ਨਾਲ ਜਾ ਕੇ ਬੈਠੋ, ਤਾਂ ਬਹੁਤ ਕੁਝ ਚੇਂਜ ਹੋਣ ਵਾਲਾ ਹੈ। ਆਈ ਹੋਪ ਹੋ ਜਾਏਗਾ ਤਾਂ ਬਹੁਤ ਵਧੀਆ। ਖਾਲਿਸਤਾਨ ਦੀ ਜੇ ਆਪਾਂ ਗੱਲ ਕਰਦੇ ਹਾਂ, ਖਾਲਿਸਤਾਨ ਵਾਕਈ ਇੱਕ ਮੁੱਦਾ ਹੈ ਜਾਂ ਸਿਰਫ ਵੋਟ ਦੀ ਰਾਜਨੀਤੀ ਹੈ? ਖਾਲਿਸਤਾਨ ਦੇਖੋ ਜੀ, ਖਾਲਿਸਤਾਨ ਜਿਹੜਾ ਹੈ, ਹੁਣ ਆਪਾਂ ਇੱਥੇ ਰਹਿੰਦੇ ਹਾਂ,
ਆਪਾਂ ਨੂੰ ਨਜ਼ਰ ਆ ਰਿਹਾ ਵੀ ਜੇ ਖਾਲਿਸਤਾਨ ਬਣੇਗਾ ਸਾਡੀ ਕੀ ਹਾਲਤ ਹੋਏਗੀ। 4 ਜ਼ਿਲ੍ਹੇ ਲੈ ਕੇ ਕਰੋਗੇ ਕੀ। ਅੱਜ ਸਾਡੇ ਬੰਬੇ 'ਚ ਵੀ ਸਿੱਖ ਰਾਜ ਕਰਦੇ ਆ, ਕਾਨਪੁਰ 'ਚ ਵੀ ਕਰਦੇ ਆ, ਕਲਕੱਤੇ 'ਚ ਵੀ ਕਰਦੇ ਆ, ਦਿੱਲੀ 'ਚ ਵੀ ਕਰਦੇ। ਸਾਰਾ ਬਿਜ਼ਨਸ ਤੁਸੀਂ ਖੋਵੋ ਇਜ਼ਰਾਈਲੀਆਂ ਆਕੂ, ਯਹੂਦੀਆਂ ਆਕੂ, ਹਿੰਦੁਸਤਾਨ ਦੀ ਇਕਨੋਮੀ ਨੂੰ ਆਪਣੇ ਹੱਥ 'ਚ ਕਰੋ ਤੇ ਇਹਨਾਂ ਨੂੰ ਟਵਿਸਟ ਕਰੋ ਤੇ 3 ਜ਼ਿਲ੍ਹਿਆਂ 'ਚ ਬਹਿ ਕੇ ਆਪਸੇ 'ਚ ਕੱਟ ਫਟ ਕੇ ਮਰ ਜਾਓਗੇ। ਲੀਡਰਸ਼ਿਪ ਤੁਹਾਡੇ ਤੋਂ ਸਿਲੈਕਟ ਨਹੀਂ ਹੋ ਸਕਣੀ, ਆਪਸੇ 'ਚ ਹੀ ਮਰ ਜਾਓਗੇ। ਅਜੇ ਜਦੋਂ ਦੇਖੋ ਕਦੀ ਮੌਕਾ ਆਊਗਾ ਨਾ, ਨੌਜਵਾਨਾਂ ਨੂੰ ਹੁਣ ਕੌਣ ਸਮਝਾਏ, ਮੈਨੂੰ ਵੀ ਗਾਲਾਂ ਕੱਢਣਗੇ ਹੁਣ ਤੁਹਾਡੀ ਵੀਡੀਓ ਸੁਣ ਕੇ। ਜਦੋਂ ਕਿਤੇ ਮੌਕਾ ਆਏਗਾ ਨਾ ਖਾਲਿਸਤਾਨ ਬਣਨ ਦਾ ਤਾਂ ਬਣਾ ਲਾਂਗੇ। 47 'ਚ ਇੱਕ ਵਾਰ ਆਇਆ ਸੀ, ਹੁਣ ਦੂਜਾ ਆ ਕਿਤੇ ਵਰਲਡ ਵਾਰ ਹੋ ਜਾਵੇ ਫਿਰ ਸਾਨੂੰ ਕਿਤੇ ਮੌਕਾ ਹੱਥ ਲੱਗੇ, ਉਹਦੇ 'ਚ ਵੀ ਸਾਨੂੰ ਸੋਚ ਸਮਝ ਕੇ ਚੱਲਣਾ ਪਊਗਾ ਤੇ ਫਿਰ ਬਣ ਜਾਊਗਾ। ਐਵੇਂ ਜੁੱਤੀਆਂ ਖਾਣੀਆਂ ਰੋਜ਼, ਐਵੇਂ ਸ਼ਹੀਦੀਆਂ ਪ੍ਰਾਪਤ ਕਰਨੀਆਂ, ਐਵੇਂ ਹੀ ਰੁਲਣਾ। ਮੈਨੂੰ ਇਹ ਦੱਸੋ 4 ਟਿਫਨ ਬੰਬ ਆ ਕੇ ਤੁਸੀਂ ਖਾਲਿਸਤਾਨ ਬਣਾ ਲਓਗੇ? 2 ਸੌਲਟਾਂ ਲਿਆ ਕੇ ਉਹ ਡਰੋਨ ਨਾਲ ਖਾਲਿਸਤਾਨ ਬਣਾ ਲਓਗੇ? ਅਗਲੇ ਦਿਨ ਆਪ ਵੀ ਫੜੇ ਜਾਂਦੇ, ਰਿਸ਼ਤੇਦਾਰ ਵੀ ਫੜੇ ਜਾਂਦੇ ਨੇ। ਇਹ ਚੀਜ਼ਾਂ ਤੋਂ ਦੂਰ ਹੋਣਾ ਚਾਹੀਦਾ। ਪਾਕਿਸਤਾਨ ਦੀ ਗੱਲ ਆਪਾਂ ਕਰਦੇ ਹਾਂ, ਜਦੋਂ 47 'ਚ ਮੌਕਾ ਮਿਲਿਆ, ਵੰਡ ਹੋਈ ਹੈ, ਤਾਂ ਵੱਡੇ ਲੈਵਲ 'ਤੇ ਜਿਹੜਾ ਨੌਜਵਾਨੀ ਦਾ ਘਾਣ ਹੋਇਆ। ਉਸ ਤੋਂ ਬਾਅਦ 84 ਦੇ ਵਿੱਚ ਘਾਣ ਹੋਇਆ, ਸਿੱਖਾਂ ਦਾ ਕਤਲੇਆਮ ਹੋਇਆ ਹੈ। 91 ਦੇ ਵਿੱਚ ਜਿਹੜਾ ਨੌਜਵਾਨਾਂ ਦਾ ਘਾਣ ਹੋਇਆ। ਤੁਹਾਨੂੰ ਲੱਗਦਾ ਹੈ ਕਿ ਜੇਕਰ ਇੱਦਾਂ ਖਾਲਿਸਤਾਨ ਦੇ ਨਾਂ ਦੇ ਉੱਤੇ ਰਾਜਨੀਤੀ ਹੁੰਦੀ ਰਹੀ ਤਾਂ ਨੌਜਵਾਨਾਂ ਦਾ ਫਿਰ ਵੱਡੇ ਲੈਵਲ 'ਤੇ ਘਾਣ ਹੋਊਗਾ? ਨੌਜਵਾਨ ਬਚੇ ਕਿੱਥੇ ਨੇ? 50,000 ਤਾਂ ਹਰ ਸਾਲ ਬਾਹਰ ਚਲਾ ਜਾਂਦਾ। ਹੁਣ ਤਾਂ ਤੁਹਾਨੂੰ ਨੌਜਵਾਨ ਲੱਭਦੇ ਹੀ ਨਹੀਂ। ਹੁਣ ਤਾਂ ਉਹ ਲੱਭਦੇ ਜਿਹੜੇ ਪੜ੍ਹੇ ਹੀ ਨਹੀਂ, ਉਹ ਵੀ ਲੱਭਦੇ ਫਿਰਦੇ। ਜੇ ਕਿਤੇ ਉੱਥੇ ਕੁੜੀ ਮਿਲ ਜੇ ਆਪਾਂ ਵਿਆਹ ਕਰਾ ਕੇ ਭੱਜ ਲਈਏ, ਉਹ ਵੀ ਕਹਿੰਦੇ 50 ਲੱਖ ਅਸੀਂ ਖਰਚ ਦਿਆਂਗੇ, ਉੱਥੇ ਭੇਜ ਦਿਆਂਗੇ, ਕੁੜੀ ਲੱਭੋ ਕੋਈ। ਬਤੇਰੇ ਲੱਭ ਕੇ ਜਾ ਰਹੇ ਜੇ। ਇੱਥੇ ਰਹਿਣਾ ਕੌਣ ਚਾਹੁੰਦਾ? ਹਾਂਜੀ, ਬੱਚਾ ਤਾਂ ਸਾਡਾ ਇੱਥੇ ਰਿਹਾ ਹੀ ਕੋਈ ਨਹੀਂ। ਯੂਥ ਤਾਂ ਸਾਡੀ ਖਤਮ ਹੋ ਗਈ। ਵੇਅਰਜ਼ ਯੂਥ ਅਕਾਲੀ ਦਲ, ਵੇਅਰਜ਼ ਦ ਫੈਡਰੇਸ਼ਨ, ਕਿੱਥੇ ਗਈ ਸਿੱਖੀ? ਮੈਨੂੰ ਐਂ ਲੱਗਦਾ ਇਹ ਤਾਂ ਬਾਹਰ ਹੀ ਨਾ ਕਿਤੇ ਬਣਾ ਕੇ ਬਹਿ ਜਾਣ ਕੁਛ, ਇੱਥੇ ਤਾਂ ਬਣਨਾ ਨਹੀਂ। ਇੱਥੋਂ ਤਾਂ ਅਸੀਂ ਖਾਲੀ ਕਰ ਦੇਣਾ ਕੰਮ। ਖਾਲੀ ਕਰ ਹਾਂ। ਅੱਛਾ, ਮਾਨ ਸਾਹਿਬ ਨੂੰ ਫਿਰ ਕਿਹੜੇ ਚੰਗੇ ਲੀਡਰਾਂ ਦਾ ਹੁਣ ਸਾਥ ਚਾਹੀਦਾ? ਕਿਹੜੇ ਲੋਕ ਨੇ ਉਹ ਜਿਹੜੇ ਮਾਨ ਸਾਹਿਬ ਨੂੰ, ਤੁਸੀਂ ਕਹਿੰਦਾ ਵੀ ਚੰਗੇ ਬੰਦਿਆਂ ਦੀ ਮਾਨ ਚਾਹੀਦੀ ਆ, ਮਾਨ ਸਾਹਿਬ ਨੂੰ ਚੰਗੇ ਬੰਦਿਆਂ ਦਾ ਸਾਥ ਚਾਹੀਦਾ। ਕਿਹੜੇ ਨੇ ਉਹ ਚੰਗੇ ਬੰਦੇ? ਕੈਪਟਨ ਚੰਨਨ ਸਿੰਘ ਉਹਨਾਂ ਦੀ ਸਪੋਰਟ ਕਰ ਰਹੇ ਨੇ, ਇੱਥੇ ਬੈਠੇ ਆਪਣੇ ਘਰ ਬੈਠੇ ਸਪੋਰਟ ਕਰ ਰਹੇ ਨੇ ਕੈਪਟਨ ਚੰਨਨ ਸਿੰਘ। ਕੈਪਟਨ ਚੰਨਨ ਸਿੰਘ ਤੋਂ ਇਲਾਵਾ ਕੋਈ ਹੋਰ ਖਾਸ ਬੰਦਾ ਜਿਨ੍ਹਾਂ ਦੀ ਮਾਨ ਸਾਹਿਬ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮਾਨ ਸਾਹਿਬ ਨੂੰ ਵੀ ਇਹ ਬੰਦੇ ਤੁਹਾਡੇ ਲਈ ਸਹੀ ਨੇ? ਮਾਨ ਸਾਹਿਬ ਨੂੰ ਸਭ ਪਤਾ। ਮਾਨ ਸਾਹਿਬ ਕੁਝ ਨਹੀਂ ਭੁੱਲੇ ਹੋਏ ਤੇ ਮਾਨ ਸਾਹਿਬ ਨੇ ਰਿਅਲਾਈਜ਼ ਵੀ ਕਰ ਲਿਆ। ਤੇ ਦੇਖੋ ਜਿਹੜੀ ਹਾਰਡਕੋਰ ਪੋਲਿਟਿਕਸ ਜਿਹੜੀ ਹੈ, ਤੁਸੀਂ ਪਾਵਰ ਨਹੀਂ ਲੈ ਸਕਦੇ ਹਾਰਡਕੋਰ ਪੋਲਿਟਿਕਸ 'ਤੇ। ਜਿਵੇਂ ਤੁਸੀਂ ਕਹਿੰਦੇ ਦੀਪ ਆ ਗਿਆ, ਇਹ ਆ ਗਿਆ, ਉਹ ਆ ਗਿਆ, ਫਿਰ ਹਾਰ ਗਏ, 20-25,000 ਵੋਟ ਮਿਲੀ। ਤੁਸੀਂ ਹਾਰਡਕੋਰ 'ਤੇ ਪਾਵਰ ਨਹੀਂ ਲੈ ਸਕਦੇ। ਅਗਰ ਤੁਹਾਨੂੰ ਪਾਵਰ ਲੈਣੀ ਹੈ ਤਾਂ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਪਊਗਾ। ਤੁਹਾਨੂੰ ਉੱਥੇ ਤੁਸੀਂ ਹੁਣ ਖਾਲਿਸਤਾਨ ਇਹ ਕਰੋਗੇ, ਤੁਹਾਨੂੰ ਗਰਾਹਾਂ ਗਰੁੱਪ ਵੋਟ ਪਾ ਦੇਗਾ ਜਿੰਦੀ ਉੱਥੇ ਮੇਨ ਵੋਟ ਬੈਂਕ ਹੈ, ਕਿਉਂਕਿ ਗਾੜਾ ਨਾ ਉਹ ਏਰੀਆ ਉਗਰਾਹਾਂ ਦਾ। ਸੁਣੋ ਨਾ, ਵੋਟ ਪਾ ਦੇਗਾ ਨਾ, ਨਹੀਂ ਪਾਉਂਦਾ ਫਿਰ ਜਿੱਤੋਗੇ ਕਿਵੇਂ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਗਰਾਹਾਂ ਨੂੰ ਮਿਲਣਾ ਚਾਹੀਦਾ ਸੀ ਕਿ ਸਾਡੀ ਪੋਲਿਟਿਕਸ ਆ ਹੈ, ਆਪਾਂ ਪੰਜਾਬ 'ਚ ਚੇਂਜ ਲਿਆਉਣੀ ਆ। ਜਿਹੜੀ ਆਪਾਂ ਚੇਂਜ ਲੈ ਆਂਦੀ ਨਾ, ਇਹ ਠੀਕ ਨਹੀਂ ਆਈ। ਜੋ ਆਪਾਂ ਚਾਹੁੰਦੇ ਸੀ ਇਹ ਕੰਮ ਉਲਟੇ ਪਾਸੇ ਜਾ ਰਿਹਾ। ਦੇਖੋ ਨਾ, ਸਾਰੇ ਦੇ ਸਾਰੇ ਹੀ ਦਿੱਲੀ ਦੇ MP ਬਣਾਤੇ। ਆ ਤਾਂ ਜਦੋਂ ਪ੍ਰੈਸ਼ਰ ਪਿਆ ਨਾ ਉਦੋਂ ਆ ਕੇ ਆ ਚੀਚੇਵਾਲ ਨੂੰ ਲਿਆ, ਬਾਕੀ ਦੂਜਾ ਫਿਰ ਦਿੱਲੀ ਦਾ ਹੀ ਹੈ, ਸਾਨੀ ਫਿਰ ਦਿੱਲੀ ਦਾ ਹੀ ਹੈ। ਹਾਂ, ਤੇ ਉੱਥੇ ਪੈਸੇ ਲੈ ਕੇ MP ਬਣਾ ਲਏ। ਹੁਣ ਪੈਸੇ ਲੁੱਟ ਕੇ ਕਹਿੰਦੇ ਕਰਪਸ਼ਨ ਖਤਮ ਕਰਤੀ। ਤੋ ਇਹ ਤਾਂ ਜਿਹੜਾ ਸਾਡੀਆਂ ਭੇਡਾਂ ਜਿਹੜੀਆਂ ਵਿਚਾਰੀਆਂ ਛਾਲਾਂ ਮਾਰਦੀਆਂ ਨੇ, ਠੀਕ ਹੈ, ਚੇਂਜ ਨਾ ਆਉਂਦੀ ਤੇ ਫਿਰ ਪੰਜਾਬ ਨਹੀਂ ਸੀ ਸੁਧਰਨਾ। ਇਹ ਚੇਂਜ ਇੱਕ ਵਾਰ ਆਉਣੀ ਵੀ ਜ਼ਰੂਰੀ ਸੀ। ਚੇਂਜ ਆਇਆ ਹੈ, ਚੇਂਜ ਆਉਣਾ ਜ਼ਰੂਰੀ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਵੱਡਾ ਰੌਲਾ ਪਾਇਆ ਹੋਇਆ ਕਿ ਅਸੀਂ ਸ਼ਰਾਬ ਸਸਤੀ ਕਰਤੀ, ਜਿਹੜਾ ਗੌਰਮੈਂਟ ਦਾ ਇੱਕ ਵੱਡਾ ਇਨਕਮ ਸਰੋਤ ਹੈ। ਸ਼ਰਾਬ ਨੂੰ ਸ਼ਾਇਦ ਕੋਈ ਸਰਕਾਰ ਨਸ਼ਾ ਨਹੀਂ ਮੰਨਦੀ ਮੇਰੇ ਹਿਸਾਬ ਨਾਲ। ਸਰਕਾਰ ਪੰਜਾਬ ਦੇ ਜ਼ਿਆਦਾਤਰ ਲੋਕ, ਬਹੁਤ ਤਬਕਾ ਜਿਹੜਾ ਪੰਜਾਬ ਦਾ ਸ਼ਰਾਬ ਪੀਂਦਾ ਹੈ, ਵੱਡੀ ਗਿਣਤੀ ਲੋਕ ਸ਼ਰਾਬ ਪੀਂਦੇ ਆ ਅਤੇ ਸ਼ਾਹੀ ਨਸ਼ਾ ਸਮਝਦੇ ਆ ਸ਼ਰਾਬ ਨੂੰ। ਤੁਹਾਨੂੰ ਕੀ ਲੱਗਦਾ ਕਿ ਇਹ ਕੰਮ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਚੰਗਾ ਕੀਤਾ? ਇਹ ਜਿਨ੍ਹਾਂ ਨੂੰ ਨੌਲੇਜ ਨਹੀਂ ਨਾ ਹੈਗੀ, ਔਰ ਜਿਹੜੇ ਉਹ ਠੇਕੇਦਾਰ ਨੇ ਜਿਨ੍ਹਾਂ ਨੇ 2-2.5 ਹਜ਼ਾਰ ਕਰੋੜ ਰੁਪਇਆ ਇਹਨਾਂ ਨੇ ਬਕਾਇਆ ਹੈ,
ਕਈ ਤਾਂ ਕਾਂਗਰਸੀਆਂ ਦੇ ਨੇ ਠੇਕੇਦਾਰ, ਕੋਈ ਅਕਾਲੀਆਂ ਦੇ ਠੇਕੇਦਾਰ ਨੇ, ਉਹ ਬਕਾਇਆ ਵੀ ਰਿਕਵਰ ਕਰਨਾ ਚਾਹੀਦਾ। ਇਹ ਤਾਂ ਬਹੁਤ ਅੱਛਾ ਜਿਹੜਾ ਨੀਤੀ ਹੈ, ਜਿਹੜੀ ਸ਼ਰਾਬ ਜਿਹੜੀ ਹੈ ਸਸਤੀ ਕਰਤੀ। ਦੇਖੋ ਇੱਕ ਤਾਂ ਆਮਦਨ ਡਬਲ ਕਰਨਗੇ, ਇੱਕ ਤੁਹਾਨੂੰ ਇਹ ਨਹੀਂ ਪਤਾ ਜਿਵੇਂ ਪੈਰਲਲ ਇਕਨੋਮੀ ਚੱਲਦੀ ਹੈ ਨਾ, ਜੇ ਆਪਣੀ ਇੱਥੇ 6000 ਕਰੋੜ ਦੀ ਆਮਦਨ ਸ਼ਰਾਬ ਦੀ, ਤੇ ਘੱਟੋ ਘੱਟ 20-30 ਹਜ਼ਾਰ ਦੀ ਨਕਲੀ ਸ਼ਰਾਬ ਵਿਕਦੀ ਸੀ। ਉਦੋਂ ਕੌਣ ਵੇਚਦੇ ਸੀ? ਜੇ ਤਾਂ ਅਕਾਲੀ ਹੁੰਦੇ ਸੀ, ਅਕਾਲੀ ਦਲ ਦੀਆਂ ਡਿਸਟਿਲਰੀਆਂ ਉਹੀ ਨੇ ਨਕਲੀ ਬਣਾਉਣ ਵਾਲੀਆਂ। ਉਦੋਂ ਤਾਂ ਅਕਾਲੀ ਦਲ ਦੇ ਚੇਲੇ ਬਣ ਜਾਂਦੇ ਸੀ ਕਿ ਲੈ ਲਓ ਜੀ 5 ਕਰੋੜ ਰੁਪਈਆ ਮਹੀਨੇ ਦਾ। ਜਦੋਂ ਕਾਂਗਰਸੀ ਆਏ ਤੇ ਕਾਂਗਰਸੀਆਂ ਨੇ ਹਿੱਸੇ ਪਾ ਲਏ, ਉਹੀ ਡਿਸਟਿਲਰੀਆਂ, ਉਹੀ ਰਾਜਪੁਰੇ ਵਾਲੀ, ਉਹੀ ਬਟਾਲੇ ਵਾਲੀ, ਉਹੀ ਲੁਧਿਆਣੇ ਵਾਲੀ, ਉਹੀ ਖੰਨੇ ਵਾਲੀ, ਉਹੀ ਬਾਦਲਾਂ ਦੇ ਪਿੰਡ ਵਾਲੀ, ਸਾਰੀਆਂ ਡਿਸਟਿਲਰੀਆਂ। ਤੇ ਜਿਹੜਾ ਇਹ ਕਾਰੋਬਾਰ ਸੀ ਨਾ 2 ਨੰਬਰ, ਉਹ ਜਿਹੜਾ ਧੰਦਾ ਖਤਮ ਹੋ ਰਿਹਾ, ਉਹ ਧੰਦੇ ਕਰਕੇ ਇਹ ਲੋਕ ਪਿੱਟ ਰਹੇ ਨੇ। ਹੁਣ ਇੰਨੀ ਸਸਤੀ ਜਿਹੜੀ ਉਹ ਨਕਲੀ ਬਣਾ ਕੇ ਵੀ ਇੰਨੀ ਸਸਤੀ ਨਹੀਂ ਵੇਚ ਸਕਦੇ। ਠੇਕੇਦਾਰ ਤਾਂ ਪਤਾ ਕਿਉਂ ਰੌਲਾ ਪਾ ਰਿਹਾ? ਠੇਕੇਦਾਰ ਕਹਿੰਦੇ ਕਿ ਆਮ ਠੇਕੇਦਾਰ ਖਤਮ ਹੋ ਜਾਊਗਾ, ਕੋਆਪਰੇਟ ਘਰਾਣਿਆਂ ਨੂੰ ਵੀ ਇੱਥੇ ਪੰਜਾਬ ਸਰਕਾਰ ਇਹਨਾਂ 'ਚ ਕਾਬਜ਼ ਬਣਾਉਣਾ ਚਾਹੁੰਦੀ ਹੈ। ਜਿੱਥੇ ਪਹਿਲਾਂ ਇੱਕ ਪਰਚੀ 3 ਕਰੋੜ ਦੀ ਪੈਂਦੀ ਸੀ, ਉਹ 30 ਕਰੋੜ ਦੀ ਹੋ ਚੁੱਕੀ ਹੈ। ਅੱਜ ABC ਗ੍ਰੇਡ ਜਿਹੜੇ ਠੇਕੇਦਾਰ ਨੇ ਉਹ ਖਤਮ ਕਰ ਦਿੱਤੇ ਨੇ। ਅੱਛਾ ਕੀਤਾ। ਤੁਹਾਨੂੰ ਪਤਾ ਰਾਇਲ ਸਟੈਗ ਦੀ ਠੇਕੇਦਾਰ ਨੂੰ ਕਿੰਨੇ ਦੀ ਸ਼ਰਾਬ ਮਿਲਦੀ ਸੀ? 400 ਦੀ ਬੋਤਲ। ਜੀ। ਉਹਦੇ 'ਚ ਸਰਕਾਰ ਦਾ ਵੀ ਹਿੱਸਾ ਹੈ, ਉਹਦੇ 'ਚ ਫੈਕਟਰੀ ਦਾ ਵੀ ਹਿੱਸਾ ਹੈ, ਉਹਦੇ 'ਚ ਲੇਬਰ ਕਾਸਟ ਸਾਰਾ ਕੁਝ ਆਉਂਦਾ, ਉਹਦੇ 'ਚ L1 ਦਾ ਵੀ ਆਉਂਦਾ, ਜੀ ਉਹਨਾਂ ਦੇ ਵੀ ਆਉਂਦਾ। ਤੇ ਠੇਕੇਦਾਰ ਕਿੰਨੇ ਪੈਸੇ ਕਮਾਉਂਦਾ ਸੀ? 820 ਦੀ ਬੋਤਲ। ਔਰ ਉਹ 820 ਦੇ ਵਿੱਚ 100 ਸ਼ਰਾਬ ਦੀਆਂ ਅਸਲੀ ਬੋਤਲਾਂ ਵੇਚਦਾ ਸੀ, 500 ਰਾਇਲ ਸਟੈਗ ਦੀਆਂ ਨਕਲੀ ਭਰ ਕੇ ਵੇਚਦਾ ਸੀ ਰੋਜ਼। ਕਿੰਨਾ ਪੈਸਾ ਕਮਾਉਂਦਾ ਸੀ? ਹਜ਼ਾਰਾਂ ਕਰੋੜਾਂ ਰੁਪਏ ਕਮਾ ਕੇ ਬਹਿ ਗਏ। ਉਹਨਾਂ ਨੂੰ ਅੱਗ ਲੱਗੀ ਪਈ ਹੈ ਵੀ ਅਸੀਂ ਹੁਣ ਦੇਖੋ ਕਿੱਡੇ ਸੋਹਣੇ ਕੱਪੜੇ ਪਾਏ ਨੇ, ਕਿਵੇਂ ਪੱਗਾਂ ਬਣੀਆਂ, ਕਿਵੇਂ ਬੋਲਦੇ ਨੇ ਠੇਕਿਆਂ ਦੇ ਖਿਲਾਫ। ਉਹਨਾਂ ਦਾ ਜਿਹੜਾ ਉਹ ਹਜ਼ਾਰਾਂ ਕਰੋੜਾਂ ਦਾ ਬਿਜ਼ਨਸ ਸੀ ਨਾ, 2 ਨੰਬਰ ਦਾ ਧੰਦਾ, ਉਹ ਰੁੜ ਗਿਆ। ਪਹਿਲੀ ਤੋਂ ਤੁਸੀਂ ਰੁੜਿਆ ਲਓ, ਹੁਣ ਲਾਲੇ ਪਏ ਹੋਏ ਨੇ ਵੀ ਸਾਡਾ ਕੀ ਬਣੂਗਾ, ਸਾਨੂੰ ਤਾਂ ਇੰਨੀਆਂ ਆਮਦਨਾਂ ਆਉਂਦੀਆਂ ਸੀ। ਤੇ ਇਸ ਕਰਕੇ ਉਹ ਰੋ ਰਹੇ ਨੇ। ਇਹ ਤਾਂ ਬਹੁਤ ਅੱਛਾ ਡਿਸੀਜਨ ਹੈ। ਤੁਸੀਂ ਦੇਖੋ ਅੱਧਾ ਹਿਮਾਚਲ ਨੂੰ ਦਾਰੂ ਪੀਣ ਜਾਂਦਾ, ਚੰਡੀਗੜ੍ਹ ਤੋਂ ਕਿੰਨੀ ਦਾਰੂ ਜਾਂਦੀ ਸੀ, ਟਰੱਕਾਂ ਦੇ ਟਰੱਕ। ਤੁਹਾਨੂੰ ਨਹੀਂ ਪਤਾ ਇੰਡਸਟਰੀ ਏਰੀਏ 'ਚੋਂ 10-20 ਟਰੱਕ ਰੋਜ਼ ਦੇ ਜਾਂਦੇ ਸੀ ਇੱਥੋਂ, ਸਰਕਾਰ ਦੀ ਸ਼ਹਿ ਨਾਲ ਹੀ ਜਾਂਦੇ ਸੀ। ਤੇ ਉਹ ਹੁਣ ਕਿਉਂ ਜਾਣਗੇ? ਹੁਣ ਉੱਥੋਂ ਇੱਥੇ ਆਉਣਗੇ। ਤੋ ਇਸ ਕਰਕੇ ਹਰ ਕੰਮ ਨੂੰ ਤੁਸੀਂ ਕ੍ਰਿਟੀਸਾਈਜ਼ ਕਰੀ ਚਲੋ। ਉਹ ਕੌਣ ਕਰ ਰਹੇ ਨੇ? ਉਹੀ ਨੇ 100, 200, 400, 500 ਜਿਨ੍ਹਾਂ ਦਾ ਸਾਰਾ ਕੋਈ ਖੋਇਆ ਜਗਿਆ। ਨੋਰਮਲ ਬੰਦਾ ਤਾਂ ਕਰ ਨਹੀਂ ਗਿਆ। ਉਹ ਕਹਿੰਦਾ ਲਿਆਓ ਮੈਨੂੰ 100 ਰੁਪਏ ਦੀ ਬੀਅਰ ਦੀ ਬੋਤਲ, ਮੈਨੂੰ ਕੀ ਜ਼ਰੂਰਤ ਹੈ, ਮੈਂ ਨਕਲੀ ਪੀਆਂ। ਸੋ ਇਸ ਕਰਕੇ ਸ਼ਰਾਬ ਦਾ ਜਿਹੜਾ ਲਿਆ ਹੈ ਬਹੁਤ ਵਧੀਆ ਡਿਸੀਜਨ ਹੈ। ਔਰ ਇਹ ਰੈਵੋਲੂਸ਼ਨ ਆਏਗੀ ਪੰਜਾਬ ਦੇ ਵਿੱਚ ਜਦੋਂ ਉਹਨਾਂ ਦੀ ਆਮਦਨ ਟ੍ਰਿਪਲ ਹੋ ਜਾਏਗੀ। ਹਾਂ, ਤੇ ਤੁਹਾਨੂੰ ਸ਼ਰਾਬ ਸਸਤੀ ਮਿਲੇਗੀ। ਇੱਕ ਤੁਹਾਨੂੰ ਜਿਹੜੇ 124 ਇੱਥੇ ਮਰ ਗਏ, 200 ਉੱਥੇ ਮਰ ਗਏ ਨਕਲੀ ਪੀ ਕੇ, ਇੱਕ ਤੁਹਾਡੇ ਉਹ ਮਰਨੇ ਬੰਦ ਹੋ ਜਾਣਗੇ। ਇੱਕ ਜਿਹੜੀ ਸ਼ਰਾਬ ਦੀ ਪਿੰਡਾਂ 'ਚੋਂ ਕੱਢ ਕੇ ਦੇਸੀ ਦੇ ਡਰਮਾਂ ਦੇ ਡਰਮ ਕੱਢਦੇ ਸੀ, ਉਹ ਖਤਮ ਹੋ ਜਾਏਗੀ। ਅਗਲਾ ਛੱਡੋ ਯਾਰ 60 ਰੁਪਏ ਦਾ ਪਊਆ ਲੈ ਲਓ, ਪੀ ਲਓ, 50 40 ਦਾ ਮਿਲ ਜਾਣਾ। ਤੋ ਇਹ ਸਾਰੇ ਕੰਮ ਠੱਪ ਹੋ ਜਾਣੇ ਆ। ਇਸ ਕਰਕੇ ਠੀਕ ਹੈ। ਕੈਪਟਨ ਸਾਹਿਬ, ਇੱਕ ਲਾਸਟ ਸਵਾਲ ਆ ਮੇਰਾ ਤੁਹਾਨੂੰ। ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ। ਪੰਜਾਬ ਯੂਨੀਵਰਸਿਟੀ ਹੈ ਜਿਹੜੀ, ਜਾਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰ ਲਈਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੱਜ ਖਤਮ ਹੋਣ ਦੀ ਕਗਾਰ 'ਤੇ ਨੇ। ਇਸ ਮੁੱਦੇ 'ਤੇ ਜਿਹੜਾ ਹੈ ਸਟੂਡੈਂਟ ਰੌਲਾ ਪਾਉਂਦੇ ਨੇ ਤੇ ਸਰਕਾਰ ਕਿਉਂ ਨਹੀਂ ਬੋਲਦੀ? ਸਰਕਾਰ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਇੰਟਰਫੇਅਰ ਕਰਨਾ ਚਾਹੀਦਾ? ਸਾਰੀਆਂ ਪਾਰਟੀਆਂ ਨੂੰ ਕਰਨਾ ਚਾਹੀਦਾ। ਆਲ ਪਾਰਟੀ ਮੀਟਿੰਗ ਕਰਕੇ ਸਾਰੀ ਪਾਰਟੀ ਇੱਥੇ ਗੜ ਮਚਾ ਦਿਓ। ਦੇਖੋ ਤੁਹਾਡਾ ਭਾਖੜਾ ਡੈਮ ਖੋਇਆ ਗਿਆ, ਤੁਹਾਡਾ ਚੰਡੀਗੜ੍ਹ ਖੋਇਆ ਗਿਆ, ਸਾਰੇ ਮੁਲਾਜ਼ਮ ਤੁਹਾਡੇ ਕੱਢਤੇ, ਸਾਰੇ ਡਾਕਟਰ ਕੱਢਤੇ, ਸਾਰੇ ਪੁਲਿਸ ਵਾਲੇ ਕੱਢਤੇ। 60% ਸਾਡੇ ਸੀਗੇ। ਤੁਹਾਡੇ 50-50 ਕਿਲੋਮੀਟਰ 'ਤੇ BSF ਲੈ ਆਂਦੀ। ਤੇ ਹੁਣ ਤੁਹਾਡੀ ਯੂਨੀਵਰਸਿਟੀ ਖੋਈ ਜਾ ਰਹੀ ਹੈ। ਹਰ ਚੀਜ਼ ਪੰਜਾਬ ਦੇ ਹੱਥੋਂ ਖੋਈ ਜਾ ਰਹੀ ਹੈ। ਭਾਖੜਾ ਡੈਮ ਖੋ ਕੇ ਤੁਹਾਡਾ ਪਾਣੀ ਖੋਣਗੇ। ਹੁਣ ਤੁਹਾਡਾ ਉੱਥੇ ਕੋਈ ਰਿਪਰੈਜ਼ੈਂਟੇਟਿਵ ਨਹੀਂ ਰਿਹਾ। ਅੱਜ ਦੀ ਡੇਟ ਦੇਖੋ, ਹਰਿਆਣੇ ਦੀਆਂ ਤੇ ਦਿੱਲੀ ਦੀਆਂ ਨਹਿਰਾਂ ਭਰੀਆਂ ਚੱਲ ਰਹੀਆਂ, ਪੰਜਾਬ ਦੀਆਂ ਸੁੱਕੀਆਂ ਪਈਆਂ। ਤੋ ਇਹ ਸਾਰਾ ਕੰਮ ਜਿਹੜਾ ਹੋ ਰਿਹਾ, ਉਧਰ ਕਿਸੇ ਦਾ ਕੋਈ ਧਿਆਨ ਹੀ ਹੈ ਨਹੀਂ। ਇਹ ਫालतू ਫੰਡਾਂ 'ਚ ਪਏ ਹੋਏ ਨੇ। ਦੇਖੋ ਕਾਂਗਰਸੀ ਤਾਂ ਲੱਗੇ ਹੋਏ ਨੇ ਵੀ ਅੱਜ ਇਹਦੀ ਵਾਰੀ, ਅੱਜ ਇਹਦੀ ਵਾਰੀ, ਅੱਜ ਇਹਦੀ ਵਾਰੀ, ਅੱਜ ਇਹਦੀ ਵਾਰੀ। ਉਹ ਤਾਂ ਆਪਦੇ ਆਪ ਨੂੰ ਬਚਾਉਣ 'ਚ ਲੱਗੇ, ਉਹਨਾਂ ਕੋਲ ਤਾਂ ਟਾਈਮ ਹੈ ਨਹੀਂ। ਤੇ ਅਕਾਲੀ ਦਲ ਤੁਹਾਨੂੰ ਪਤਾ ਹੀ ਹੈ ਕੀ ਕਰ ਰਿਹਾ। ਉਹ ਕਹਿੰਦਾ ਸਭ ਕੁਝ ਖੋਲ੍ਹੋ, ਸਾਨੂੰ ਦੁਬਾਰਾ ਰਿਵਾਈਵ ਕਰ ਦਿਓ। ਤੇ ਰਹਿ ਕੌਣ ਗਿਆ? ਭਗਵੰਤ ਮਾਨ। ਭਗਵੰਤ ਮਾਨ ਇਕੱਲੇ ਤੇ ਇੰਨੀਆਂ ਮੁਸੀਬਤਾਂ ਨੇ, ਉਹ ਰਾਜ ਭਾਗ ਕੇ ਕਾਇਮ ਕਰ ਲਵੇ ਤੇ ਉਹ ਇੰਨਾ ਹੀ ਬਹੁਤ ਹੈ। ਆਪਦੇ ਆਪ ਨੂੰ ਐਸਟੈਬਲਿਸ਼ ਕਰ ਲਏ, ਇੰਨਾ ਹੀ ਬਹੁਤ ਹੈ। ਮਾਨ ਸਾਹਿਬ ਵੀ ਨੇ ਨਾ ਉਸ
ਦੌੜ ਦੇ ਵਿੱਚ। ਉਹੀ ਤਾਂ ਮੈਂ ਕਹਿ ਰਿਹਾ, ਕੱਲਾ ਮਾਨ ਰਹਿ ਗਿਆ ਤੇ ਮਾਨ ਦੇ ਚਿੱਤੇ ਵੀ ਨਹੀਂ ਹੈਗਾ ਇਹ ਕੰਮ। ਨਹੀਂ ਤਾਂ ਉਹਨੂੰ ਸਭ ਕੁਝ ਛੱਡ ਕੇ ਨਾ ਇਲੈਕਸ਼ਨ ਕੈਂਪੇਨ ਛੱਡ ਦੇ, ਯੂਨੀਵਰਸਿਟੀ ਜਾ ਕੇ ਬਹਿ ਜੇ, ਲੋਕੀ ਇਲੈਕਸ਼ਨ ਜਿਤਾ ਦੇਣਗੇ। ਉਹਨੂੰ ਇਹ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ, ਉਹਨੂੰ ਇਹਨਾਂ ਚੀਜ਼ਾਂ ਦਾ ਇਹੀ ਤਾਂ ਚੱਕਰ ਹੈ। ਕਿਉਂ ਨਹੀਂ ਪਤਾ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਇਹ ਰਾਜਾ ਗਾ, ਆਮ ਲੋਕਾਂ ਦਾ ਦੁੱਖ ਦਰਦ ਇਹਨੂੰ ਪਤਾ ਨਹੀਂ, ਆਮ ਲੋਕਾਂ 'ਚ ਵਿਚਰਿਆ ਨਹੀਂ। ਫਿਰ ਕੀ ਮੰਨੀਏ ਕਿ ਮਾਨ ਸਾਹਿਬ ਨੂੰ ਵੀ ਆਮ ਲੋਕਾਂ ਦੇ ਦੁੱਖ ਦਰਦਾਂ ਦਾ ਨਹੀਂ ਪਤਾ, ਫੀਲਿੰਗਾਂ ਨਹੀਂ ਸਮਝ ਸਕਦੇ, ਲੋਕਾਂ 'ਚ ਵਿਚਰੇ ਨਹੀਂ। ਮੈਂ ਉਹੀ ਤਾਂ ਕਹਿ ਰਿਹਾ, ਐਡਵਾਈਜ਼ਰ ਤਾਂ ਚਾਹੀਦੇ ਹੋਣੇ ਚਾਹੀਦੇ, ਤੁਹਾਨੂੰ ਕੋਈ ਐਡਵਾਈਸ ਤਾਂ ਕਰੇ। ਤੇ ਜੇ ਐਡਵਾਈਜ਼ਰ ਹੀ ਕਹਿਣ ਖਾਲਿਸਤਾਨ ਆਏ ਤੇ ਖਾਲਿਸਤਾਨ ਆਏ ਤੇ ਆਹ ਚਿੱਠੀਆਂ ਦੱਸ ਦੇ ਦਿਓ ਤੇ ਆਹ ਦੇ ਦਿਓ, ਤਾਂ ਫਿਰ ਬਣੂਗੀ। ਮੈਂ ਕੀ ਕਹਿ ਰਿਹਾ, ਇਲੈਕਸ਼ਨ ਛੱਡ ਕੇ ਅਗਰ ਮਾਨ ਯੂਨੀਵਰਸਿਟੀ 'ਚ ਬੈਠਾ ਹੁੰਦਾ, ਲੋਕਾਂ ਨੇ ਇਲੈਕਸ਼ਨ ਜਿਤਾ ਦੇਣੀ ਸੀ। ਭਾਵੇਂ ਇੱਥੇ 4 ਦਿਨ ਹੀ ਬਹਿ ਜਾਂਦਾ, ਮੈਂ ਨਹੀਂ ਕੰਪੇਨ ਕਰ ਦੋ, ਵੋਟ ਪਾਉਣੀ ਜੇ ਪਾਓ, ਨਹੀਂ ਪਾਉਣੀ ਨਾ ਪਾਓ। ਮੇਰਾ ਪੰਜਾਬ ਖੋਇਆ ਜਾ ਰਿਹਾ, ਮੇਰਾ ਪੰਜਾਬ ਉੱਜੜ ਜਾ ਰਿਹਾ, ਮੈਂ ਇੱਥੇ ਬੈਠਾ। ਫਿਰ ਦੇਖੋ ਤਮਾਸ਼ਾ ਕੀ ਹੁੰਦਾ। ਹੁਣ ਕੌਣ ਗਾਈਡ ਕਰੇ? ਤੁਸੀਂ ਕਰੋ ਨਾ ਗਾਈਡ। ਤੁਹਾਨੂੰ ਫੋਨ ਆਇਆ ਮਾਨ ਸਾਹਿਬ ਦਾ, ਮਾਨ ਸਾਹਿਬ ਨੇ ਤੁਹਾਡੇ ਕੰਨੀ ਪਹਿਲਾਂ ਹੱਥ ਵਧਾਇਆ, ਕਿਉਂਕਿ ਹੁਣ ਜਦੋਂ ਮਾਨ ਸਾਹਿਬ ਨੇ ਤੁਹਾਡੇ ਕੰਨੀ ਹੱਥ ਵਧਾਈ ਦਿੱਤਾ, ਫਿਰ ਤੁਹਾਨੂੰ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਮਾਨ ਸਾਹਿਬ ਨੂੰ ਤੁਸੀਂ ਗਾਈਡ ਕਰੋ ਨਾ ਇਸ ਚੀਜ਼ ਬਾਰੇ। ਮੈਂ ਬਿਲਕੁਲ ਕਰਾਂਗਾ। ਹੁਣ ਜਿਹੜਾ ਵਿਹਲੇ ਹੋ ਜਾਣ ਨਾ, ਮੈਂ ਜਾਊਂਗਾ ਵੀ। ਮੇਰੀ ਸਿਹਤ ਅਜੇ ਠੀਕ ਨਹੀਂ ਹੈਗੀ ਥੋੜ੍ਹੀ ਜਿਹੀ, ਮੈਂ ਜਾਊਂਗਾ ਵੀ 1-2 ਦਿਨ ਮੈਂ ਲਾ ਕੇ ਵੀ ਆਊਂਗਾ। ਲੇਕਿਨ ਹੁਣ ਪੱਕਾ ਹੀ ਬਹਿ ਕੇ ਗਾਈਡ ਕਰਾਂਗੇ ਕਿ ਜੇ ਤਾਂ ਆਪਾਂ 89 91 ਵਾਲਾ ਕਰਨਾ, ਫਿਰ ਤਾਂ ਜਿੰਨੇ ਬਿਮਾਰ ਬਮੂਰ ਹੋ ਗਏ ਘਰ ਬੈਠੇ ਠੀਕ ਆ। ਇਹ ਜੰਗ ਦੀ ਹੁਣ ਤਿਆਰੀ ਹੈ, ਜੰਗ ਲੜੀ ਜਾ ਰਹੀ ਹੈ, ਤਿਆਰੀ ਆ, ਐਲਾਨ ਹੋ ਚੁੱਕਿਆ ਜੰਗ ਦਾ। ਜੇਕਰ ਜੰਗ ਜਿੱਤ ਹਾਰ ਤੋਂ ਬਾਅਦ ਤੁਸੀਂ ਮੈਦਾਨ ਦੇ ਵਿੱਚ ਆਓਗੇ, ਜਦੋਂ ਤੁਹਾਡੇ ਤੇ ਅਟੈਕ ਜਾ ਰਿਹਾ, ਮੈਂ ਤਾਂ ਕਿਹਾ ਮੈਂ ਜਾ ਰਿਹਾ। ਅਗਰ ਮੈਂ ਕੱਲ ਨਹੀਂ ਜਾਂਦਾ ਤੇ ਪਰਸੋਂ ਤਾਂ ਮੈਂ ਸੰਗਰੂਰ ਬੈਠਾ ਹੀ ਹੋਊਂਗਾ ਜੀ। ਮੇਰੀ ਮਾੜਾ ਜਿਹਾ ਹੈਲਥ ਠੀਕ ਹੋ ਗਏ ਤੇ ਮੈਂ ਇੱਥੇ ਕੀ ਕਰਨਾ ਬਹਿ ਕੇ, ਮੈਂ ਇੱਥੇ ਵੀ ਤਾਂ ਬੈਠਾ, ਉੱਥੇ ਜਾ ਕੇ ਬੈਠਾਂਗਾ। ਮੈਂ ਜਾ ਰਿਹਾ, ਮੈਂ ਮਲੇਰਕੋਟਲੇ ਆਵਾਂਗਾ, ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕਰਾਂਗਾ, ਮੇਰੀ ਅਰੇਂਜ ਕਰਾਓ ਪ੍ਰੈਸ ਕਾਨਫਰੰਸ। ਮੈਂ ਦੇਖਾਂਗਾ ਕਿ ਜਿਹੜੇ ਮਿਸਗਾਈਡਡ ਹੈ ਮੁਸਲਿਮ ਵੋਟ ਹੈ ਉਹ ਕਿਉਂ ਜਾ ਰਹੀ ਹੈ, ਤੁਹਾਨੂੰ ਸਾਂਭਣ ਵਾਲਾ ਕੌਣ ਹੈ ਇੰਡੀਆ 'ਚ, ਤੁਹਾਡਾ ਹਾਲ ਕੀ ਹੋ ਰਿਹਾ। ਤੁਸੀਂ ਫਿਰ ਉੱਥੇ ਕਾਂਗਰਸ ਕਰਕੇ ਜਾਂਦੇ ਜੇ। ਉਹਨਾਂ ਨੂੰ ਮਲੇਰਕੋਟਲੇ ਵਾਲੇ ਮੁਸਲਮਾਨ ਭਰਾਵਾਂ ਨੂੰ ਇੱਕ ਸੁਣਿਆ ਮੇਰੇ ਨੂੰ ਲਾ ਦਿਓ ਕਿ ਤੁਹਾਡਾ ਸਾਡੇ ਤੋਂ ਬਿਨਾਂ ਕੋਈ ਨਹੀਂ ਹੈਗਾ। ਮਾਨ ਚੰਗਾ ਮਾੜਾ, ਤੁਹਾਡਾ ਮਾਨ ਤੋਂ ਬਿਨਾਂ ਇਸ ਦੁਨੀਆ 'ਚ ਕੋਈ ਨਹੀਂ ਹੈਗਾ, ਸਾਡੇ ਤੋਂ ਬਿਨਾਂ ਸਿੱਖਾਂ ਤੋਂ ਬਿਨਾਂ ਕੋਈ ਨਹੀਂ ਹੈਗਾ। ਕੀ ਹਾਲਤ ਹੋ ਰਹੀ ਤੁਹਾਡੀ ਯੂਪੀ 'ਚ? ਨਾਲੇ ਤਾਂ ਪੈਗੰਬਰ ਦੇ ਬਰਖਲਾਫ ਉਲਟੇ ਸਿੱਧੇ ਅਪਸ਼ਬਦ ਕਹੇ, ਤੇ ਸੁਭਾਵਿਕ ਹੈ ਤੁਸੀਂ ਕਹੋਗੇ ਤੇ ਮੁਜ਼ਾਹਰੇ ਤਾਂ ਹੋਣਗੇ ਹੀ, ਤੇ ਮੁਜ਼ਾਹਰੇ ਤੇ ਨਾਲੇ ਤੁਸੀਂ ਫੜ ਕੇ ਬੰਦੇ ਰੋਲਤੇ ਤੇ ਬੁਲਡੋਜ਼ਰ ਲਾ ਕੇ ਉਹਨਾਂ ਦੇ ਘੱਟ ਆਈ ਜਾਂਦੇ ਤੇ ਮੁਸਲਮਾਨਾਂ ਨੂੰ ਅਕਲ ਨਹੀਂ ਆ ਰਹੀ ਮਲੇਰਕੋਟਲੇ ਨੂੰ ਕੀ ਹੋ ਰਿਹਾ ਸਾਡੇ ਨਾਲ। ਇਸ ਕਰਕੇ ਮੈਂ ਆ ਰਿਹਾ ਤੁਹਾਡੇ ਕੋਲੇ। ਪਹਿਲਾਂ ਤਾਂ ਮੈਂ ਮਲੇਰਕੋਟਲੇ ਪ੍ਰੈਸ ਕਾਨਫਰੰਸ ਕਰਾਂਗਾ। ਹਾਂਜੀ, ਮੈਂ ਜਲਦੀ ਤੁਹਾਨੂੰ ਕੱਲ ਨੂੰ ਡੇਟ ਦੇ ਦੇਣਾ ਕਿ ਮੇਰੀ ਉੱਥੇ ਅਰੇਂਜ ਕਰਾ ਦਿਓ ਕਿਸੇ ਹੋਟਲ 'ਚ, ਮੈਂ ਆ ਕੇ ਕਰਕੇ ਆਈ ਵਿਲ ਗਾਈਡ ਦੈਮ। ਤੋ ਇਸ ਕਰਕੇ ਇਹ ਬੜਾ ਕੁਛ ਬੋਲਣ ਵਾਲਾ, ਬੜਾ ਕੁਛ ਸਮਝਾਉਣ ਵਾਲਾ, ਬੜਾ ਕੁਛ ਜਿਹੜਾ ਉਹ ਸਾਹਮਣੇ ਲਿਆਉਣ ਵਾਲਾ, ਇਹ ਸਾਰਾ ਕੰਮ ਮੈਂ ਕਰੂੰਗਾ। ਕਿ ਹੁਣ 4 ਦਿਨ ਮੈਂ ਇਸੇ ਕੰਮ 'ਤੇ ਹਾਂ। ਅੱਜ ਦਾ ਦਿਨ ਮੈਨੂੰ ਕੱਲ੍ਹ ਦਾ ਦਿਨ ਛੱਡ ਦਿਓ ਬਸ। ਅੱਛਾ, ਲਾਸਟ ਸਵਾਲ ਕਰਦੇ ਹੋਰ ਗੱਲਾਂ ਨਿਕਲ ਆਉਂਦੀਆਂ ਨੇ। ਤੁਸੀਂ ਕਿਹਾ ਪੰਜਾਬ ਦੀਆਂ ਨਹਿਰਾਂ ਨੇ ਜਿਹੜੀਆਂ ਸੁੱਕੀਆਂ ਨੇ, ਹਰਿਆਣਾ ਤੇ ਦਿੱਲੀ ਦੀਆਂ ਨਹਿਰਾਂ ਭਰੀਆਂ ਜਾ ਰਹੀਆਂ ਨੇ। ਜੇਕਰ ਆਪਾਂ ਸੰਗਰੂਰ ਦੀ ਗੱਲ ਕਰ ਰਹੇ ਹਾਂ, ਸੰਗਰੂਰ ਜਿਮਨੀ ਚੋਣ ਹੋ ਰਿਹਾ, ਪੰਜਾਬ ਦੇ ਵਿੱਚ ਸਭ ਤੋਂ ਵੱਧ ਟਿਊਬਵੈੱਲ ਕਨੈਕਸ਼ਨ ਨੇ ਜੇਕਰ, ਤਾਂ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਸਭ ਤੋਂ ਵੱਧ ਟਿਊਬਵੈੱਲ ਕਨੈਕਸ਼ਨ ਲੱਗੇ ਹੋਏ ਨੇ। ਟਿਊਬਵੈੱਲ ਕਨੈਕਸ਼ਨਾਂ ਦੇ ਜ਼ਰੀਏ ਜਿਹੜੀ ਆ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਤੇ ਸਭ ਤੋਂ ਡੂੰਘਾ ਪਾਣੀ ਵੀ ਸੰਗਰੂਰ ਦਾ। ਤੁਹਾਨੂੰ ਲੱਗਦਾ ਹੈ ਕਿ ਇਹ ਫ੍ਰੀ ਬਿਜਲੀ ਕਿਸੇ ਸਾਜ਼ਿਸ਼ ਦੇ ਤਹਿਤ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ? ਕਿਸਾਨ ਸਿਰਫ ਫ੍ਰੀ ਬਿਜਲੀ ਦੇ ਚੱਕਰ 'ਚ ਖੁਸ਼ ਹੋ ਰਹੇ ਨੇ? ਕਿਸਾਨਾਂ ਨੂੰ ਗਰਦਨ ਮਰੋੜੀ ਜਾ ਰਹੀ ਕਿਸਾਨਾਂ ਦੀ। ਮੈਂ ਕਹਿੰਦਾ ਬਿਜਲੀ ਲਾ ਲਓ ਯਾਰ, ਐਂ ਕਰੋ ਤੁਸੀਂ 600 ਰੁਪਏ ਮੋਟਰ, 1200 ਰੁਪਏ ਮੋਟਰ ਲਾ ਲਓ, 1500 ਰੁਪਏ ਮੋਟਰ ਦਾ ਲਾ ਲਓ, 24 ਘੰਟੇ ਬਿਜਲੀ ਦਿਓ ਹਰ ਜੱਟ ਜਿਹੜਾ, ਔਰ ਉਹਦਾ 500 ਰੁਪਇਆ 1000 ਰੁਪਇਆ MSP ਵਧਾਓ। ਫ੍ਰੀ ਬਿਜਲੀ ਦੇ ਚੱਕਰ ਧੋਇਆ ਜਾ ਰਿਹਾ, ਉਹਨੂੰ ਰਗੜ ਕੇ ਸੁੱਟਿਆ ਜਾ ਰਿਹਾ, ਕਿਸਾਨ ਨੂੰ ਸਮਝ ਨਹੀਂ ਆ ਰਹੀ। ਮੈਂ ਕਹਿੰਦਾ ਕਿਸਾਨ ਯੂਨੀਅਨ ਨੂੰ ਸੜਕਾਂ 'ਤੇ ਆਉਣਾ ਚਾਹੀਦਾ ਕਿ ਸਾਨੂੰ ਫ੍ਰੀ ਬਿਜਲੀ ਨਹੀਂ ਜੇ ਚਾਹੀਦੀ। ਤੁਸੀਂ ਸਾਨੂੰ 600 700 ਨਹੀਂ 1500 ਰੁਪਏ ਮੋਟਰ ਦਾ ਲਾਓ, 15 ਹਾਰਸ ਪਾਵਰ ਦਾ, ਅਸੀਂ 1500 ਹੀ ਦਿਆਂਗੇ, ਜਿੰਨਾ ਮਰਜ਼ੀ ਪੈਸਾ ਲੈ ਲਓ, 24 ਘੰਟੇ ਬਿਜਲੀ ਦਿਓ ਸਾਨੂੰ ਜੀ। ਬਿਜਲੀ ਦੇ ਨਾਲ ਨਾਲ ਨਹਿਰੀ ਪਾਣੀ ਆ ਜਿਹੜਾ, ਨਹਿਰੀ ਪਾਣੀ ਵੀ ਜ਼ਰੂਰੀ ਹੈ ਨਾ, ਕਿਉਂਕਿ ਅੰਡਰ ਵਾਟਰ ਦੀ ਗੱਲ ਕਰ ਲਈਏ ਆਪਾਂ ਤਾਂ ਉਹਦਾ ਲੈਵਲ ਆ ਜਿਹੜਾ ਨੀਚੇ ਜਾ ਰਿਹਾ, ਦਿਨੋਂ ਦਿਨ ਥੱਲੇ ਜਾ ਰਿਹਾ ਧਰਤੀ ਦਾ ਪਾਣੀ, ਤਾਂ ਉਹਦਾ ਵੱਡਾ ਕਾਰਨ ਕਿਤੇ ਫ੍ਰੀ ਟਿਊਬਵੈੱਲ ਕਨੈਕਸ਼ਨ ਤਾਂ ਨਹੀਂ ਹੈਗੇ? ਨਹੀਂ, ਉਹਦਾ ਬਹੁਤ ਵੱਡਾ ਕਾਰਨ ਹੈ ਜਿਹੜਾ ਸਾਡਾ ਹਾਰਵੈਸਟਿੰਗ ਆਫ ਵਾਟਰ ਜਿਹੜਾ ਸਿਸਟਮ ਉਹ ਖਤਮ ਹੋ ਗਿਆ ਜੀ। ਮੈਨੂੰ ਵੀ ਪਤਾ, ਮੈਂ ਵੀ ਪਿੰਡਾਂ 'ਚੋਂ ਆਉਣਾ,
ਮੇਰੇ ਪਿੰਡ ਦੇ ਵਿੱਚ 3 ਐਡੇ ਵੱਡੇ ਛੱਪੜ ਸੀਗੇ, 2 ਸੁੱਕ ਜਾਂਦੇ ਸੀ ਆ ਕੇ ਜੂਨ 'ਚ, ਤੇ ਇੱਕ ਬਿਲਕੁਲ ਨਹੀਂ ਸੀ ਸੁੱਕਦਾ। ਉੱਥੇ ਹੀ ਡੰਗਰ ਨਹਾਉਂਦੇ ਹੁੰਦੇ ਸੀ, ਉੱਥੇ ਹੀ ਪਾਣੀ ਪੀਂਦੇ ਤੇ ਬਰਸਾਤਾਂ 'ਚ ਤਾਂ ਤੈਰਦੇ ਹੁੰਦੇ ਸੀ। ਤੇ ਅੱਜ ਤੁਸੀਂ ਕੋਈ ਛੱਪੜ ਛੱਡਿਆ ਹੀ ਕੋਈ ਨਹੀਂ, ਹਾਰਵੈਸਟਿੰਗ ਖਤਮ ਹੋ ਗਈ ਪਾਣੀ ਦੀ। ਕਿੰਨੇ ਪਿੰਡਾਂ 'ਚ ਸੀਗੇ ਆਪਣਾ ਛੱਪੜ, ਲੱਖਾਂ ਦੀ ਗਿਣਤੀ 'ਚ, ਸਾਰੇ ਬੰਦ ਹੋ ਗਏ। ਫਿਰ ਤੁਸੀਂ ਪਾਣੀ ਹਾਰਵੈਸਟ ਨਹੀਂ ਕਰੋਗੇ ਤੇ ਥੱਲੇ ਪਾਣੀ ਰਹੇਗਾ ਕਿਵੇਂ? ਮਹਾਰਾਸ਼ਟਰ 'ਚ ਕੀ ਹੋਇਆ? ਹਾਰਵੈਸਟਿੰਗ ਸ਼ੁਰੂ ਕਰਤੀ, ਟੈਂਕ ਭਰ ਲੈਂਦੇ ਨੇ, ਉੱਥੋਂ ਖੇਤਾਂ ਨੂੰ ਪਾਣੀ ਦਿੰਦੇ ਨੇ, ਸਾਰਾ ਸਾਲ ਪਾਣੀ ਚੱਲਦਾ। ਇੱਕ ਸੰਸਥਾ ਬਣ ਗਈ ਹਾਰਵੈਸਟਿੰਗ ਵਾਲੀ। ਰਾਜਸਥਾਨ 'ਚ ਇੱਕ ਸੰਸਥਾ ਬਣ ਗਈ, ਪਾਣੀ ਹਾਰਵੈਸਟ ਕਰਨਾ ਸ਼ੁਰੂ ਕਰਤਾ, ਹਰਿਆਲੀ ਘਰ ਲੈ ਆਂਦੀ। ਸਾਡੇ ਪੰਜਾਬ 'ਚ ਤਾਂ ਜਿਹੜਾ ਆਉਂਦਾ ਪੋਲੀਟੀਸ਼ੀਅਨ, ਉਹ ਹਜ਼ਾਰਾਂ ਕਰੋੜਾਂ ਰੁਪਏ ਲੁੱਟ ਕੇ ਕੈਨੇਡਾ ਚਲਾਉਣਾ ਚਾਹੁੰਦਾ, ਅਮਰੀਕਾ ਚਲਾਉਣਾ ਚਾਹੁੰਦਾ, ਉਹਨੂੰ ਪੰਜਾਬ ਨਾਲ ਕੋਈ ਦਰਦ ਹੀ ਨਹੀਂ ਹੈਗਾ। ਜੇ ਉਹਨੂੰ ਤੁਸੀਂ ਜੰਗਲਾਤ ਦਾ ਮੰਤਰੀ ਲਾ ਦਿਓ ਤਾਂ ਦਰਖਤ ਵੱਢ ਕੇ ਖਾ ਜਾਂਦਾ ਹੈ। ਜੇ ਉਹਨੂੰ ਬਿਜਲੀ ਦਾ ਮੰਤਰੀ ਲਾ ਦਿਓ ਤੇ ਉਹ ਖੰਭਿਆਂ 'ਚੋਂ ਪੈਸੇ ਖਾ ਜਾਂਦਾ ਹੈ। ਜਿੱਥੇ ਮਰਜ਼ੀ ਲਾ ਦਿਓ। ਹਾਰਵੈਸਟਿੰਗ ਦੀ ਤੁਸੀਂ ਗੱਲ ਕਰਦੇ ਹੋ, ਹਾਰਵੈਸਟਿੰਗ ਕਰਨੀ ਚਾਹੀਦੀ ਹੈ, ਵੱਡੀ ਚਿੰਤਾ ਦਾ ਵਿਸ਼ਾ, ਕਿਉਂਕਿ ਹਰ ਸਾਲ ਜੇਕਰ 10 ਫੁੱਟ ਦੇ ਕਰੀਬ ਪਾਣੀ ਦਾ ਲੈਵਲ ਘਟਦਾ ਹੈ ਤਾਂ ਬਹੁਤ ਵੱਡੀ ਚਿੰਤਾ ਹੈ। ਖੱਤਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਨਹਿਰੀ ਪਾਣੀ ਲੱਗਦਾ ਸੀਗਾ, ਤਾਂ ਲੋਕਾਂ ਨੇ ਉਹ ਜਿਹੜੇ ਨਹਿਰੀ ਖਾਲੇ ਨੇ ਉਹ ਤੱਕ ਵਹਾ ਦਿੱਤੇ ਨੇ, ਨਹਿਰੀ ਪਾਣੀ ਖਤਮ ਕਰ ਦਿੱਤਾ ਹੈ, ਕਿਉਂਕਿ ਟਿਊਬਵੈੱਲ ਇੰਨੀ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਲੱਗੇ ਹੋਏ ਨੇ। ਫ੍ਰੀ ਬਿਜਲੀ ਹੋਣ ਦੇ ਚੱਕਰ 'ਚ ਹਾਂ ਵੀ ਇਹਦੀ ਵੇਟ ਕਿਉਂ ਕਰਨੀ ਹੈ ਨਹਿਰੀ ਪਾਣੀ ਦੀ, ਆਪਣੇ ਕੋਲ ਟਿਊਬਵੈੱਲ ਹੈਗਾ, ਬਾਦੋ ਖਾਲ। ਮੈਂ ਕਹਿੰਦਾ ਖਾਲ ਤਾਂ ਬੜੀ ਛੋਟੀ ਜਿਹੀ ਗੱਲ, ਉਹਨਾਂ ਨੇ ਵੱਟਾਂ ਵਾਹਤੀਆਂ, ਉਹ ਡਿੱਗ ਕੇ ਨਾ ਲੱਤ ਤੜਵਾ ਲੈਂਦੇ ਆ, ਲੇਕਿਨ ਵੱਟ ਨਹੀਂ ਚਾਹੀਦੀ ਬੰਨ੍ਹ ਕੇ ਰੱਖਦੇ, ਤਿਲਕ ਜਾਣਗੇ, ਲੱਤ ਟੁੱਟ ਜੂਗੀ। ਵੱਟ ਵੀ ਹੈ ਵਾਹ ਦਿੰਦੇ ਨੇ, ਉੱਤੇ ਤੁਰਨ ਜੋਗਾ ਨਹੀਂ ਛੱਡਦੇ। ਤੇ ਬੋਰ ਦੇ ਨਾਲ ਵੀ ਝੋਨੇ ਦਾ ਤੀਲਾ ਲਾ ਦਿੰਦੇ ਨੇ, ਉੱਥੇ 2 ਅਮਰੂਦ ਦੇ ਬੂਟੇ ਨਹੀਂ ਲਾਉਂਦੇ ਕਿ ਸਾਡੇ ਬੱਚੇ ਖੇਤਾਂ 'ਚ ਚੱਕਰ ਮਾਰਨ, ਚਲੋ ਅਮਰੂਦ ਖਾ ਕੇ ਆਈਏ। ਅਸੀਂ ਭੱਜਦੇ ਹੁੰਦੇ ਸੀ, ਚਲੋ ਬੇਰ ਖਾ ਕੇ ਆਈਏ, ਚਲੋ ਅਮਰੂਦ ਖਾ ਕੇ ਆਈਏ, ਚਲੋ। ਹੁਣ ਕੋਈ ਹੈ ਹੀ ਨਹੀਂ। ਨਿੰਬੂਆਂ ਦੇ 4 ਬੂਟੇ ਲਾ ਲਓ, ਔਰੇ ਕਿੰਨਾ ਯਾਰ 60 ਰੁਪਏ ਦਾ ਬੂਟਾ ਹੁੰਦਾ ਨਿੰਬੂ ਦਾ, 2 ਲਾ ਦਿਓ ਤੇ ਬਾਜ਼ਾਰੋਂ ਲਿਆ ਕੇ ਤੁਸੀਂ ਸਕੰਜਵੀਆਂ ਪੀਂਦੇ ਜਾਂ ਇੰਨੇ ਮਹਿੰਗੇ ਤੇ ਆਪਦੇ ਤੋੜ ਕੇ ਲਾਇਆ ਕਰੋ। ਮੈਂ ਤਾਂ ਕਹਿੰਦਾ ਬਾਈ ਕੰਪਲਸ਼ਨ, ਜਿਹੜੇ ਬੋਰ ਦੇ ਉੱਤੇ 10 ਮਰਲਿਆਂ 'ਚ ਸਬਜ਼ੀ ਤੇ ਬੂਟੇ ਨੇ, ਜੱਟ ਸਬਜ਼ੀ ਮੁੱਲ ਲਿਆਉਂਦਾ। ਮੇਰੇ ਦੇਖ ਲਓ, ਮੈਂ ਤੁਹਾਨੂੰ ਵੀ ਦੇ ਕੇ ਤੋਰਾਂਗਾ ਕਾਲੀ ਤੋਰੀ। ਚੰਡੀਗੜ੍ਹ 'ਚ ਬੈਠੇ ਨੇ ਜੀ ਕੈਪਟਨ ਸਾਹਿਬ, ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋਏ ਵੀ ਬਿਲਕੁਲ ਪੰਜਾਬ ਵਾਲਾ ਮਾਹੌਲ ਆ ਜਿਹੜਾ ਕ੍ਰੀਏਟ ਕਰਕੇ ਰੱਖਿਆ ਹੋਇਆ। ਆਪਣੇ ਖੇਤੀ ਕਰਦੇ ਆ, ਆਪਣਾ ਜਿਹੜਾ ਸਬਜ਼ੀ ਭਾਜੀ ਆਪਣੀ ਆਪਦੀ ਖੁਦ ਹੀ ਬੀਜਦੇ ਆ, ਆਰਗੈਨਿਕ ਹੈ ਜੀ। ਬਿਲਕੁਲ ਆਰਗੈਨਿਕ ਹੈ, ਤੁਹਾਨੂੰ ਦੇ ਕੇ ਭੇਜੂੰਗਾ ਜੀ, ਤੁਹਾਨੂੰ ਸਬਜ਼ੀ ਦੇ ਕੇ ਭੇਜੂੰਗਾ, ਜਾ ਕੇ ਖਾ ਕੇ ਟੇਸਟ ਦੇਖਿਆ ਜੇ। ਤੇ ਜੱਟ ਕਿਉਂ ਮੁੱਲ ਲਿਆਉਂਦਾ ਯਾਰ? 50 ਕਿੱਲੇ ਜ਼ਮੀਨ ਹੈ, ਸਬਜ਼ੀ ਮੁੱਲ। ਕੰਮ ਕਰਨਾ ਹੀ ਨਹੀਂ ਚਾਹੁੰਦਾ, ਕੰਮ ਕਰਕੇ ਰਾਜੀ ਨਹੀਂ, ਤਾਂ ਹੀ ਤਾਂ ਭੁੱਖਣਾ ਕੋਈ ਵੀ ਸਾਰੀ। ਇਸ ਕਰਕੇ ਸਾਰਾ ਸਿਸਟਮ ਹੀ ਸੁਧਾਰਨਾ ਪੈਣਾ। ਦੇਖੋ, ਮੈਂ ਲੈਫਟੀਨੈਂਟ ਬਣਿਆ, ਕਪਤਾਨ ਬਣਿਆ, ਭਾਈ ਸਾਹਿਬ ਛੁੱਟੀ ਲੈ ਕੇ ਆ ਕੇ ਨਾ ਬਲਦਾਂ ਨਾਲ ਹਾਲ ਵਾਹੁੰਦਾ ਹੁੰਦਾ ਸੀ ਐਜ਼ ਅਫਸਰ। ਫਾਦਰ ਦੀ ਮਦਦ ਕਰਦੇ ਸੀ। ਤੇ ਅੱਜ ਕੱਲ੍ਹ ਦਾ ਤਾਂ ਮੁੰਡਾ ਹੀਰੋ ਹਾਂਡੇ ਤੋਂ ਥੱਲੇ ਨਹੀਂ ਉਤਰਦਾ, ਬਲਦਾਂ ਨਾਲ ਹਾਲ ਵਾਹ ਕੇ ਦਿਖਾਊਗਾ। ਮੈਂ ਐਜ਼ ਏ ਅਫਸਰ ਨਿੱਕਰ ਪਾ ਕੇ ਗਾਨ ਮਾਰ ਰਿਹਾ, ਮੈਨੂੰ ਡੀਸੀ ਮਿਲਣ ਆਇਆ, ਕਹਿੰਦਾ ਕੈਪਟਨ ਸਿੱਧੂ ਨੂੰ ਮਿਲਣਾ। ਮੈਂ ਕਿਹਾ ਮੈਂ ਹੀ ਹਾਂ। ਮੈਂ ਕਿਹਾ 10 ਮਿੰਟ ਠਹਿਰ ਜਾ, ਮੈਂ ਤਿਆਰ ਹੋ ਗਿਆ। ਜਦੋਂ ਮੈਂ ਤਿਆਰ ਹੋ ਗਿਆ, ਕਹਿੰਦਾ ਉਹ ਨਾਓ ਯੂ ਲੁੱਕ ਕੈਪਟਨ ਸਿੱਧੂ। ਤੋ ਦੈਟਸ ਏ ਡਿਗਨਿਟੀ ਆਫ ਲੇਬਰ। ਉਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਦੇਖ ਕੇ ਨਾ ਹੈਰਾਨ ਪਰੇਸ਼ਾਨ ਹੋ ਗਿਆ। ਕਹਿੰਦਾ ਕੈਪਟਨ ਸਾਹਿਬ, ਮੈਂ ਆਰਮੀ ਅਫਸਰ ਬਣਨ ਵਾਸਤੇ 3 ਵਾਰਾਂ ਗਿਆ, ਮੈਂ ਰਿਜੈਕਟ ਹੋ ਗਿਆ, ਲੇਕਿਨ IPS ਬਣ ਗਿਆ। ਕਹਿੰਦਾ ਮੈਂ ਤਾਂ ਤੁਹਾਨੂੰ ਪਰੇਸ਼ਾਨ ਹੋ ਗਿਆ ਕਿ ਤੁਹਾਡਾ ਇੰਨੀ ਡਿਗਨਿਟੀ ਆਫ ਲੇਬਰ, ਇੱਕ ਅਫਸਰ ਹੋ ਕੇ ਤੇ ਤੁਸੀਂ ਹਲ ਵਾਹ ਰਹੇ ਜੇ। ਕੈਪਟਨ ਸਾਹਿਬ, ਹੁਣ ਲਾਸਟ ਸਵਾਲ ਹੀ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ, ਮੋਟਰਸਾਈਕਲ ਤੋਂ ਥੱਲੇ ਨਹੀਂ ਉਤਰਦੇ, ਹੋਂਡੇ ਤੋਂ ਥੱਲੇ ਨਹੀਂ ਉਤਰਦੇ, ਸ਼ਰਮ ਕਿਉਂ ਮਹਿਸੂਸ ਕਰਦੀ ਹੈ ਨੌਜਵਾਨ ਪੀੜ੍ਹੀ ਅੱਜ ਦੀ? ਉਹ ਮਾੜੀ ਸੰਗਤ 'ਚ ਪੈ ਜਾਂਦੇ ਨੇ ਲੋਕ, ਜਾਂ ਡਰੱਗ ਲੈਣ ਲੱਗ ਜਾਂਦੇ ਆ, ਜਾਂ ਵੇਚਣ ਲੱਗ ਜਾਂਦੇ ਆ, ਜਾਂ ਗੈਂਗਸਟਰ ਬਣ ਜਾਂਦੇ ਆ। ਕੀ ਕਾਰਨ ਹੈ? ਇਹਦੇ ਪਿੱਛੇ ਮਾਂ ਪਿਓ ਦੀ ਜਿਹੜੀ ਹੈ ਗਿਆਨ ਦੀ ਕਮੀ ਹੈ, ਮਾਂ ਪਿਓ ਬੱਚੇ ਦੀ ਪਰਵਰਿਸ਼ ਸਹੀ ਢੰਗ ਨਾਲ ਨਹੀਂ ਕਰਦੇ, ਕੀ ਕਮੀ ਹੈ ਇਹਦੇ? ਬਿਲਕੁਲ ਇਹੀ ਗੱਲ ਹੈ। ਜਾਂਦਿਆਂ ਉਹਨੂੰ ਪੰਪ ਦਿੰਦੇ ਨੇ। ਹਾਂਜੀ, ਜਿਹੜੀ ਉਹਨੂੰ ਚੀਜ਼ 25 ਸਾਲਾਂ ਬਾਅਦ ਚਾਹੀਦੀ, ਉਹਨੂੰ ਉਹ 16ਵੇਂ ਸਾਲ ਹੀ ਲੈ ਕੇ ਦਿੰਦੇ ਹੀਰੋ ਹਾਂਡਾ। ਉਹਨੂੰ ਕਹੋ ਪਹਿਲਾਂ ਰੋਟੀ ਕਮਾ। ਡਿਗਨਿਟੀ ਆਫ ਲੇਬਰ ਤਾਂ ਹੋਣੀ ਚਾਹੀਦੀ ਹੈ ਨਾ। ਅਸੀਂ ਜਦ ਤੱਕ ਅਫਸਰ ਨਹੀਂ ਬਣੇ, ਅਫਸਰ ਬਣ ਕੇ ਵੀ ਸਾਲ ਜਿਹੜਾ ਸਾਈਕਲ 'ਤੇ ਰਹੇ, ਸਾਈਕਲ 'ਤੇ PT 'ਤੇ ਜਾਂਦੇ ਸੀ, ਸਾਈਕਲ 'ਤੇ ਪਰੇਡ 'ਤੇ ਜਾਂਦੇ ਸੀ। 2 ਸਾਲਾਂ ਬਾਅਦ ਮੋਟਰਸਾਈਕਲ ਖਰੀਦਿਆ। ਇੱਥੇ ਤਾਂ 16 ਸਾਲ ਦੇ ਮੁੰਡੇ ਨੂੰ ਹੀਰੋ ਹਾਂਡਾ ਲੈ ਦਿੰਦੇ ਆ। ਭਾਵੇਂ ਘਰ ਰੋਟੀ ਪੱਕੇ ਨਾ ਪਵੇ, ਭਾਵੇਂ ਤੁਹਾਡਾ ਲੋਨ ਵੱਧ ਰਿਹਾ, ਭਾਵੇਂ ਤੁਸੀਂ ਪੈਸੇ ਦੇਣੇ ਨੇ ਬੈਂਕ ਦੇ, ਲੇਕਿਨ ਮੁੰਡੇ ਨੂੰ ਹੀਰੋ ਹਾਂਡਾ। ਫਿਰ ਭਾਈ 100-150 ਦਾ ਤੇਲ ਵੀ ਰੋਜ਼ ਚਾਹੀਦਾ ਹੈ, ਤਾਂ ਆਮਦਨ ਕਿੱਥੇ ਹੈ ਤੁਹਾਨੂੰ? ਕੈਸ਼ ਆਮਦਨ ਕਿੱਥੇ ਹੈ? ਇਹੀ ਗੱਲ ਹੈ, ਸਾਡੀ ਕਿਸਾਨੀ ਡੁੱਬ ਗਈ। ਅਦਰਵਾਈਜ਼ ਕਿਸਾਨੀ 'ਚ ਕੋਈ ਘਾਟਾ ਨਹੀਂ ਹੈਗਾ।
ਦਰਸ਼ਕੋ ਇਹ ਸੀ ਸਾਡੇ ਨਾਲ ਕੈਪਟਨ ਚੰਦਨ ਸਿੰਘ ਸਿੱਧੂ। ਇਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਇੱਕ ਜਿਹੜਾ ਆਪਣੇ ਕੰਨਿਓ ਐਡਵਾਈਸ ਦਿੱਤੀ ਹੈ ਕਿ ਕੰਪੇਨ ਛੱਡ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠਣਾ ਚਾਹੀਦਾ ਹੈ, ਲੋਕ ਕੰਪੇਨ ਜਿਤਾ ਦੇਣਗੇ। ਮਾਨ ਸਾਹਿਬ ਜੇਕਰ ਤੁਸੀਂ ਵੀ ਦੇਖਦੇ ਹੋ ਤਾਂ ਕੈਪਟਨ ਸਾਹਿਬ ਦੇ ਜਿਹੜੇ ਵਿਚਾਰ ਨੇ ਇਹਨਾਂ ਨਾਲ ਜੇਕਰ ਸਹਿਮਤ ਹੋ ਤਾਂ ਸਹਿਮਤੀ ਜ਼ਰੂਰ ਜਤਾਇਓ। ਦਰਸ਼ਕੋ ਬਾਕੀ ਆਪਣੇ ਵਿਚਾਰ ਤੁਸੀਂ ਜ਼ਰੂਰ ਦਿਓ ਸਾਨੂੰ। ਚੈਨਲ ਸੀਰਤ ਪੰਜਾਬ ਦੇ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ। ਕੈਪਟਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।